ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਮੈਂ ਜੀ ਆਇਆ ਆਖਦਾ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਿਆਸਤ ਬੜੀ ਗੁੰਝਲਦਾਰ ਹੈ, ਜਿੰਨੀ ਇਹ ਸਾਹਮਣੇ ਸਰਲ ਨਜ਼ਰ ਆਉਂਦੀ ਹੈ, ਇਹਦੀਆਂ ਤਹਿਆਂ 'ਚ ਬਹੁਤ ਕੁਝ ਹੋਰ ਛੁਪਿਆ ਹੁੰਦਾ। ਕੱਲ ਇੱਕ ਛੋਟੀ ਜਿਹੀ ਖਬਰ ਫਲੈਸ਼ ਹੁੰਦੀ ਰਹੀ ਕਿ ਕੁਲਦੀਪ ਸਿੰਘ ਚਾਹਲ, ਜਿਹੜੇ ਪਹਿਲਾਂ ਚੰਡੀਗੜ੍ਹ ਦੇ ਐਸਐਸਪੀ ਸੀ, ਅੱਜ ਕੱਲ ਜਲੰਧਰ ਦੇ ਕਮਿਸ਼ਨਰ ਪੁਲਿਸ ਨੇ, ਉਹਨਾਂ ਨੂੰ 4 ਘੰਟੇ ਤੱਕ ਸੀਬੀਆਈ ਨੇ ਪੁੱਛਗਿੱਛ ਕੀਤਾ। ਕੀ ਖਬਰ ਇੰਨੀ ਹੈ? ਨਹੀਂ, ਖਬਰ ਇੰਨੀ ਨਹੀਂ ਹੈ। ਗਵਰਨਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਕਿਹਾ ਸੀ, ਤੁਹਾਨੂੰ ਯਾਦ ਹੋਣਾ, ਕਿ ਇਹਨਾਂ ਦੇ ਖਿਲਾਫ ਕੁਝ ਦੋਸ਼ ਨੇ, ਇਹਦੀ ਜਾਂਚ ਕਰੋ। ਲੇਕਿਨ ਪੰਜਾਬ ਸਰਕਾਰ ਨੇ ਉਹਨਾਂ ਨੂੰ ਪ੍ਰਮੋਟ ਕਰਕੇ ਸੀਪੀ ਜਲੰਧਰ ਲਾਤਾ। ਹੁਣ ਕੀ ਗਵਰਨਰ ਜਿਹੜੇ ਬਾਰ-ਬਾਰ ਕਈ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਲਿਖਦੇ ਆ, ਜੇ ਪੰਜਾਬ ਸਰਕਾਰ ਹੁੰਗਾਰਾ ਨਹੀਂ ਭਰਦੀ, ਜਿੱਦਾਂ ਗਵਰਨਰ ਦਾਅਵਾ ਕਰਦੇ ਕਿ 167 ਤਹਿਤ ਤੁਸੀਂ ਪਾਬੰਦ ਹੋ ਮੈਨੂੰ ਜਵਾਬ ਦੇਣ ਦੇ, ਕੀ ਬਹੁਤ ਸਾਰੇ ਮਾਮਲੇ ਅਗਲੇ ਦਿਨਾਂ 'ਚ ਹੋਰ ਏਜੰਸੀਆਂ ਦੇ ਹਵਾਲੇ ਵੀ ਹੋ ਜਾਣਗੇ? ਜੇਕਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਕੁਲਦੀਪ ਸਿੰਘ ਚਾਹਲ ਦੇ ਖਿਲਾਫ ਕੋਈ ਜਾਂਚ ਕਰਾਉਂਦੀ ਤਾਂ ਸੀਬੀਆਈ ਦੀ ਨੌਬਤ ਆਉਣੀ ਸੀ। ਫਿਰ ਵੀ ਵੈਸੇ ਸੀਬੀਆਈ ਨੂੰ ਨਾ ਕੀਤੀ ਹੋਈ ਆ ਸਟੇਟ ਨੇ। ਪੰਜਾਬ ਨੇ 10 ਦੂਜੇ ਸੂਬਿਆਂ ਵਾਂਗ ਸੀਬੀਆਈ ਨੂੰ ਸਿੱਧਾ ਦਖਲ ਦੇਣ ਤੋਂ ਨਾ ਕੀਤੀ ਹੋਈ ਆ, ਮਤਾ ਲਿਆ ਕੇ ਵਿਧਾਨ ਸਭਾ ਦੇ ਵਿੱਚ। ਪਰ ਗਵਰਨਰ ਤੇ ਪੰਜਾਬ ਗਵਰਨਮੈਂਟ ਦੇ ਵਿੱਚ ਟਸਲ ਦੌਰਾਨ ਹੋਰ ਮਾਮਲੇ ਵੀ ਦੂਜੀਆਂ ਏਜੰਸੀਆਂ ਕੋਲ ਚਲੇ ਜਾਣਗੇ ਔਰ ਇਹ ਰਫੜ ਵੱਡਾ ਹੋਊਗਾ। ਇਹਦੇ ਤੇ ਪੋਲੀਟੀਕਲ ਰਿਐਕਸ਼ਨ ਅਜੇ ਨਹੀਂ ਆਏ। ਵੈਸੇ ਰਿਐਕਸ਼ਨ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾਕਟਰ ਜਸਪਾਲ ਸਿੰਘ ਸੰਧੂ ਦੇ ਵਾਧੇ ਸਮੇਂ ਗਵਰਨਰ ਵੱਲੋਂ ਲਾਏ ਕੱਟ ਤੇ ਵੀ ਪੰਜਾਬ ਸਰਕਾਰ ਨੇ ਕੋਈ ਨਹੀਂ ਦਿੱਤਾ। ਪਰ ਇਹਦੇ ਨਾਲ ਜੁੜਦਾ ਮਾਮਲਾ ਇਹ ਵੀ ਆ ਕਿ ਜਦੋਂ ਇੱਕ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਸੀਗਾ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਤਰਜ਼ ਤੇ ਪੰਜਾਬ 'ਚ ਜਾਂਚ ਕਿਉਂ ਨਹੀਂ ਕਰਾਉਂਦੇ, ਦੋਨਾਂ 'ਚ ਪੂਰੀ ਸਮਾਨਤਾ ਹੈ, ਤਾਂ ਉਦੋਂ ਇਹਨਾਂ ਨੂੰ ਕਿਹਾ ਗਿਆ ਸੀ ਪਾਰਲੀਮੈਂਟ ਦੇ ਵਿੱਚੋਂ ਹੀ ਕਿ ਲਿਖਤੀ ਭੇਜੋ ਕਿ ਆਉਂਦੇ ਦਿਨਾਂ ਦੇ ਵਿੱਚ ਗਵਰਨਰ ਪੰਜਾਬ ਜਾਂ ਕੇਂਦਰੀ ਗ੍ਰਹਿ ਮੰਤਰਾਲਾ ਇਦਾਂ ਦੀਆਂ ਹੋਰ ਜਾਂਚਾਂ ਵੀ ਆਰਡਰ ਕਰ ਸਕਦਾ। ਇਹ ਟਕਰਾਅ ਸੱਚਮੁੱਚ ਹੁਣ ਟਕਰਾਅ 'ਚ ਬਦਲਣਗੇ ਜਾਂ ਨੂਰਾ ਕੁਸ਼ਤੀ ਦੇ ਰੂਪ 'ਚ ਦੇਖੇ ਜਾਣਗੇ? ਇਹ ਮਾਮਲਾ ਲੈਂਦੇ ਆ। ਵੈਸੇ ਜਦੋਂ ਮਾਲਵਿੰਦਰ ਸਿੰਘ ਕੰਗ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਇਹ ਕਹਿੰਦੇ ਨੇ, ਵੈਸੇ ਮਾਲਵਿੰਦਰ ਸਿੰਘ ਕੰਗ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਅਧਿਕਾਰਤ ਕੈਂਡੀਡੇਟ ਵੀ ਨੇ, ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਹੋਇਆ ਲੋਕ ਸਭਾ ਲਈ, ਜਦੋਂ ਉਹ ਕਹਿੰਦੇ ਨੇ ਕਿ ਅਸੀਂ ਫਿਰ ਤੁਸੀਂ ਜ਼ਮੀਨ ਨਹੀਂ ਦੇਣੀ ਆਮ ਆਦਮੀ ਪਾਰਟੀ ਨੂੰ ਦਫ਼ਤਰ ਲਈ ਚੰਡੀਗੜ੍ਹ ਦੇ ਵਿੱਚ, ਤਾਂ ਫਿਰ ਅਸੀਂ ਰਾਜ ਭਵਨ ਦੇ ਸਾਹਮਣੇ ਉਹ ਦਫ਼ਤਰ ਚਲਾਵਾਂਗੇ। ਕਿ ਆਮ ਆਦਮੀ ਪਾਰਟੀ ਕੋਈ ਮੋਰਚਾ ਲਾਉਣ ਦੀ ਸੋਚ ਰਹੇ? ਕਿਉਂਕਿ ਜੇ ਪੱਕੇ ਤੌਰ ਤੇ ਬੈਠਣਾ ਹੋਵੇ, ਕੋਈ ਤੰਬੂ ਤਾਂ ਲਾਉਣੇ ਪੈਣਗੇ, ਤੇ ਕੀ ਫਿਰ ਚੰਡੀਗੜ੍ਹ ਪੁਲਿਸ ਲਾਉਣ ਦੇਊਗੀ? ਇਹ ਸਵਾਲ ਕਾਫੀ ਅਹਿਮ ਆ ਕਿ ਆਮ ਵਰਕਰ ਆਮ ਆਦਮੀ ਪਾਰਟੀ ਦੇ ਕਿੱਥੇ ਨੇ, ਕਿੰਨੇ ਕੁ ਨੇ, ਇਹ ਤੈਅ ਕੀਤਾ ਜਾਣਾ ਹੈ ਔਰ ਇਹਦੇ ਵਿੱਚ ਇਹ ਜ਼ੋਰ ਪਰਖੇ ਜਾਣੇ, ਅਜਮਾਇਸ਼ ਹੋਣ ਵਾਲੀ ਆ। ਦੂਜਾ ਮਾਮਲਾ, ਪੰਜਾਬ ਦੇ ਸਭ ਤੋਂ ਵੱਡੇ ਆਈਡੀਅਲ ਪੋਲਿਟਿਕਸ ਦੇ ਦਾਅਵੇਦਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਹੋ ਰਿਹਾ। ਕੁਝ ਤੱਥ, ਕੁਝ ਅੰਕੜੇ ਪੇਸ਼ ਹੋਏ ਨੇ, ਉਹਨਾਂ ਦੇ ਪਲਾਟ ਜਿਹੜੇ ਉਹਨਾਂ ਨੇ ਲਏ ਸੀਗੇ ਉਹਦੇ ਸੰਬੰਧੀ ਕੁਝ ਤੱਥ ਪੇਸ਼ ਹੋਏ ਨੇ, ਲੇਕਿਨ ਇਹਦੇ ਨਾਲ ਨਾਲ ਉਹਨਾਂ ਦੇ ਗਨਮੈਨ ਦੀ ਜਾਂਚ ਦੀ ਗੱਲ ਵੀ ਆ ਰਹੀ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ। ਇੰਦਰਪ੍ਰੀਤ ਜੀ ਇੱਕ ਖਬਰ ਲਿਆਉਂਦੇ ਨੇ, ਇਹ ਖਬਰ ਪੁਰਾਣੀ ਹੈ, ਵੈਸੇ ਦੁਬਾਰਾ ਆਈ ਹੈ, ਕਿ ਬਿੱਲ ਲਿਆਓ ਇਨਾਮ ਪਾਓ। ਲੇਕਿਨ ਆਈਲੈਟਸ ਸੈਂਟਰਾਂ ਤੇ ਸਕੰਜਾ ਪੂਰਾ ਹੈ, ਉਹਨਾਂ ਕੋਲੋਂ ਵੀ ਪੈਸੇ ਭਰਵਾਏ ਜਾਣਗੇ। ਕੱਲ ਅਕਾਲੀ ਦਲ ਚੰਨੀ ਤੇ ਵੱਡੇ ਇਲਜ਼ਾਮ ਲਾਉਂਦਾ ਸਾਬਕਾ ਮੁੱਖ ਮੰਤਰੀ ਤੇ, ਪਰ ਕੀ ਹਰੇਕ ਪੋਲੀਟੀਸ਼ੀਅਨ ਜਦੋਂ ਵੱਡੇ ਅਹੁਦੇ ਤੇ ਪਹੁੰਚਦਾ ਉਹਦੇ ਨਾਂ ਤੇ ਜੇ ਕਿਤੇ ਹੇਰਾਫੇਰੀਆਂ ਹੋ ਰਹੀਆਂ ਨੇ ਤਾਂ ਕੀ ਉਹ ਸਾਰਿਆਂ 'ਚੋਂ ਸ਼ਾਮਲ ਹੁੰਦਾ? ਕਿ ਉਹਦੇ ਨਾਂ ਤੇ ਕਿਸੇ ਵੀ ਥਾਂ ਤੇ ਕੋਈ ਗੱਲ ਹੋ ਰਹੀ ਹੋਵੇ ਤਾਂ ਉਹਦੇ ਲਈ ਉਹਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਕਿ ਨਹੀਂ? ਇਹ ਜਾਂਚ ਦੇ ਵਿਸ਼ੇ ਨੇ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਕੁਲਦੀਪ ਸਿੰਘ ਚਾਹਲ ਤੁਹਾਡੇ ਜਲੰਧਰ ਦੇ ਕਮਿਸ਼ਨਰ ਨੇ ਪੁਲਿਸ ਦੇ, ਔਰ ਕੱਲ 4 ਘੰਟੇ ਤੱਕ ਉਹਨਾਂ ਨੂੰ ਸੀਬੀਆਈ ਨੇ ਗ੍ਰਿਲ ਕੀਤਾ। ਹੁਣ ਇਹ ਮਾਮਲਾ ਜੇ ਪੰਜਾਬ ਸਰਕਾਰ ਹੱਥ 'ਚ ਲੈ ਲੈਂਦੀ ਤਾਂ ਮੈਨੂੰ ਲੱਗਦਾ ਹੈ ਕੋਈ ਜਾਂਚ ਕਰਾ ਕੇ ਉਹ ਸੁਰਖਰੂ ਨਿਕਲ ਆਉਂਦੇ। ਸੀਬੀਆਈ ਦੀ ਜਾਂਚ ਕਈ ਇਸ਼ਾਰੇ ਕਰਦੀ ਆ ਆਉਂਦੇ ਦਿਨਾਂ 'ਚ ਗਵਰਨਰ ਹੋਰ ਮਾਮਲੇ ਵੀ, ਜੇਕਰ ਪੰਜਾਬ ਸਰਕਾਰ ਉਹਨਾਂ ਦੇ ਕਹਿਣ ਤੇ ਜਾਂਚਾਂ ਲਈ ਜਾਂ ਹੋਰ ਫੈਸਲਿਆਂ ਲਈ ਨੇ ਅੱਗੇ ਵੱਧਦੀ, ਤਾਂ ਗਵਰਨਰ ਫਿਰ ਬਾਰ-ਬਾਰ ਚਿੱਠੀਆਂ ਦਾ ਮੁੱਲ ਪਵਾਉਣਗੇ, ਉਹ ਜਾਂਚਾਂ ਕਿਧਰੋਂ ਹੋਰ ਵੀ ਕਰਵਾ ਸਕਣਗੇ। ਫਿਰ ਇਹ ਟਕਰਾਅ ਚੋਣੀ ਸਰਕਾਰ ਤੇ ਨੋਮੀਨੇਟਡ ਗਵਰਨਰ ਦੇ ਵਿੱਚ ਤਗੜਾ ਹੋਊਗਾ, ਵੱਡਾ ਹੋਊਗਾ। ਜੀ ਬਿਲਕੁਲ, ਗੱਲ ਕਰੀਏ ਕੁਲਦੀਪ ਸਿੰਘ ਚਾਹਲ ਉਹਨਾਂ ਦੀ, ਤੇ ਇਹਨਾਂ ਨੂੰ 10 ਮਹੀਨੇ ਪਹਿਲੇ ਬਤੌਰ ਐਸਐਸਪੀ ਹਟਾ ਦਿੱਤਾ ਗਿਆ ਸੀ, ਜਦ ਗਵਰਨਰ ਸਾਹਿਬ ਨੇ ਇੱਕ ਚਿੱਠੀ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਲਿਖਿਆ ਸੀਗਾ ਕਿ ਇਹਨਾਂ ਦੇ ਖਿਲਾਫ
ਮਿਸਕੰਡਕਟ ਦੀ ਕੰਪਲੇਂਟ ਮਿਲੀ ਹੈ। ਉਸ ਵਕਤ ਉਸ ਮਿਸਕੰਡਕਟ ਨੂੰ ਬਹੁਤਾ ਐਕਸਪਲੇਨ ਨਹੀਂ ਕੀਤਾ ਗਿਆ ਸੀ, ਪਰ ਕੁਝ ਟਾਈਮ ਬਾਅਦ ਜਦ ਪੰਜਾਬ ਸਰਕਾਰ ਨੇ ਬਹੁਤਾ ਕੋਈ ਐਕਸ਼ਨ ਗਵਰਨਰ ਸਾਹਿਬ ਦੇ ਉਸ ਚਿੱਠੀ ਦੇ ਉੱਤੇ ਨਹੀਂ ਲਿੱਤਾ ਤੇ ਗਵਰਨਰ ਸਾਹਿਬ ਨੇ ਇੱਕ ਕੰਪਲੇਂਟ ਘਲਤੀ ਸੀਬੀਆਈ ਵੱਲ। ਔਰ ਹੁਣ ਸੀਬੀਆਈ ਨੇ ਉਸ ਵਕਤ ਇੱਕ ਪ੍ਰੀਲਿਮਿਨਰੀ ਇਨਕੁਆਇਰੀ ਉਹਨਾਂ ਦੇ ਖਿਲਾਫ ਲਾਂਚ ਕਰਤੀ ਸੀਗੀ। ਉਸ ਕੇਸ ਦੇ ਵਿੱਚ ਹੀ ਕੱਲ 4 ਘੰਟੇ ਸੀਬੀਆਈ ਦੇ ਦਫ਼ਤਰ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਹੋਈ। ਗੱਲ ਇਹ ਨਹੀਂ ਕਿ ਕੁਲਦੀਪ ਸਿੰਘ ਚਾਹਲ ਉਹਨਾਂ ਦੇ ਖਿਲਾਫ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ। ਗੱਲ ਇਹ ਵੇ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਗਵਰਨਰ ਚਿੱਠੀ ਲਿਖਦੇ ਨੇ ਔਰ ਉਸ ਚਿੱਠੀ ਦੇ ਵਿੱਚ ਕੁਝ ਐਕਸ਼ਨ ਦੀ ਮੰਗ ਕਰਦੇ ਨੇ ਕਿਸੇ ਅਫਸਰ ਦੇ ਖਿਲਾਫ, ਜਦ ਪੰਜਾਬ ਸਰਕਾਰ ਉਹਦੇ ਉੱਤੇ ਐਕਟਿਵ ਨਹੀਂ ਹੁੰਦੀ ਤੇ ਫਿਰ ਸੀਬੀਆਈ ਐਂਟਰ ਹੁੰਦੀ ਹੈ ਇਨਡਾਇਰੈਕਟਲੀ। ਆ ਆਪਣੇ ਆਪ ਵਿੱਚ ਬੜਾ ਇੰਪੋਰਟੈਂਟ ਕੇਸ ਹੈ। ਔਰ ਉਹ तमाम ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਕੰਪਲੇਂਟ, ਕੋਈ ਰਿਕਮੈਂਡੇਸ਼ਨ ਐਕਸ਼ਨ ਦੀ, ਭਾਵੇਂ ਉਹ ਕਟਾਰੂ ਚੱਕ ਉਹਨਾਂ ਦੇ ਖਿਲਾਫ ਹੀ ਕੀਤੀ ਹੋਏ, ਕਿ ਉਹਦੇ ਉੱਤੇ ਵੀ ਕੋਈ ਹੁਣ ਦੂਜੀਆਂ ਏਜੰਸੀਆਂ ਦਾएं ਬਾएं ਤੋਂ ਆ ਕੇ ਉਹ ਐਕਸ਼ਨ ਲੈਣਗੀਆਂ, ਇਹ ਇੱਕ ਵੱਡਾ ਸਵਾਲ ਹੈ। ਜਦੋਂ ਸ਼ਿਕਾਇਤਕਰਤਾ ਨਾ ਹੋਣ ਫਿਰ ਤਾਂ ਮਾਮਲੇ ਮੁੱਕ ਜਾਂਦੇ ਆ, ਜਿਵੇਂ ਕਟਾਰੂ ਚੱਕ ਦਾ ਮਾਮਲਾ ਹੈ। ਹੁਣ ਤਾਂ ਉਹ ਮੁੱਖ ਮੰਤਰੀ ਦੇ ਆਪਣੇ ਵਿਵੇਕ ਤੇ ਆ ਕਿ ਉਹਨਾਂ ਨੇ ਅਖਲਾਕ ਆਧਾਰਿਤ ਕੋਈ ਫੈਸਲੇ ਲੈਣੇ ਵੀ ਆ, ਜਾਂ ਸਾਰਿਆਂ ਦੇ ਵਿੱਚ ਅਸੀਂ ਵਿਰੋਧੀਆਂ ਨੂੰ ਸਨੱਬ ਕਰਨ ਦਾ ਤਰੀਕਾ ਹੀ ਅਪਣਾਉਣਾ, ਉਹ ਵੱਖਰੀ ਗੱਲ ਆ। ਪਰ ਗੱਲ ਇਹ ਹੈ ਕਿ ਜਦੋਂ ਪਿੱਛੇ ਰੌਲੇ ਪਏ ਕਿ ਹੁਣ ਹੌਲੀ ਹੌਲੀ ਚੰਡੀਗੜ੍ਹ ਦੇ ਵਿੱਚੋਂ ਦਫ਼ਤਰ ਮੁਹਾਲੀ ਵੱਲੋਂ ਸ਼ਿਫਟ ਕੀਤੇ ਜਾ ਰਹੇ ਆ, ਬਹੁਤ ਸਾਰੇ ਅਫਸਰ ਚੰਡੀਗੜ੍ਹ 'ਚ ਰਹਿਣ ਨਾਲੋਂ ਮੁਹਾਲੀ 'ਚ ਰਹਿਣਾ ਪਸੰਦ ਕਰਨ ਲੱਗੇ ਆ, ਬਹੁਤ ਸਾਰੇ ਕੰਮਕਾਜੀ ਤਰੀਕੇਕਾਰ ਹੌਲੀ ਹੌਲੀ ਚੰਡੀਗੜ੍ਹੋਂ ਸ਼ਿਫਟ ਹੋ ਰਹੇ ਆ, ਤਾਂ ਇਹ ਮੰਨਿਆ ਜਾਂਦਾ ਸੀ ਕਿ ਉੱਥੇ ਜਾਓ ਜਿੱਥੇ ਸੀਬੀਆਈ ਸਿੱਧਾ ਦਖਲ ਨਹੀਂ ਦੇ ਸਕਦੀ, ਉੱਥੇ ਜਾਓ ਜਿੱਥੇ ਸਰਕਾਰ ਆਪਣੀ ਹੋਵੇ। ਸੋ ਚੰਡੀਗੜ੍ਹ ਬਗਾਨਾ ਇੰਦਰਪ੍ਰੀਤ ਜੀ ਲੱਗਣ ਲੱਗ ਪਿਆ ਵੀ ਇੱਥੇ ਤਾਂ ਅਧਿਕਾਰ ਖੇਤਰ ਹੈ ਅਗਲਿਆਂ ਦਾ, ਜਦੋਂ ਮਰਜ਼ੀ ਸੁੱਤੇ ਪਿਆ ਫੜ ਲੈਣ, ਆ ਕੇ ਫੜ ਵੀ ਲੈਣ ਜਾਂ ਪੁੱਛਗਿੱਛ ਦੇ ਵਿੱਚ ਸਾਹ ਤਾਂ ਸੂਤੇ ਹੀ ਰਹਿੰਦੇ ਆ। ਮੈਂ ਇਸੇ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ ਤੁਹਾਡੇ ਕੋਲ ਕਿ ਇਹ ਟਸਲ ਕਿਸੇ ਹੋਰ ਦੇਸ਼ਾਂ 'ਚ ਜਾਂਦੀ ਲੱਗਦੀ ਆ। ਜੇਕਰ ਗਵਰਨਰ ਪੰਜਾਬ ਇਹਨਾਂ ਮਾਮਲਿਆਂ ਨੂੰ ਇਸ ਤਰੀਕੇ ਨਾਲ ਐਡਰੈਸ ਕਰਨ ਲੱਗੇ ਤਾਂ ਪੰਜਾਬ ਸਰਕਾਰ ਨੂੰ ਕਾਫੀ ਔਖਾ ਹੋਊਗਾ ਇਹਨੂੰ ਐਡਰੈਸ ਕਰਨਾ। ਕੀ ਕਹਿੰਦੇ ਹੋ? ਬਿਲਕੁਲ ਰੰਧਾਵਾ ਸਾਹਿਬ, ਦੇਖੋ ਜਦੋਂ ਆਪਾਂ ਬਾਰ-ਬਾਰ ਇਸ ਗੱਲ ਕਰਦੇ ਆ ਕਿ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਇੱਕ ਕੋਆਰਡੀਅਲ ਰਿਲੇਸ਼ਨ ਹੋਣੇ ਚਾਹੀਦੇ ਆ। ਕੱਲ ਮੈਂ ਆਪਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਕਰ ਮੈਂ ਪਾਰਲੀਮੈਂਟ 'ਚ ਅਮਿਤ ਸ਼ਾਹ ਹੋਰਾਂ ਨੂੰ ਸੁਣ ਰਿਹਾ ਸੀਗਾ, ਤਾਂ ਉਹ ਕਹਿੰਦੇ ਵੀ 93 ਤੋਂ ਲੈ ਕੇ 2015 ਤੱਕ ਕਦੇ ਲੜਾਈ ਨਹੀਂ ਹੋਈ, ਯਾਨੀ ਕਿ ਰਿਲੇਸ਼ਨ ਉਦੋਂ ਵੀ ਕੋਆਰਡੀਅਲ ਸੀਗੇ ਸਟੇਟ ਵਰਸਸ ਸੈਂਟਰ ਦੇ। ਹੁਣ ਇੱਥੇ ਤਾਂ ਇੱਕੋ ਸਟੇਟ ਦੇ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਕੋਆਰਡੀਅਲ ਰਿਲੇਸ਼ਨ ਨਹੀਂ ਹੈਗੇ, ਤਾਂ ਸਰਕਾਰ ਠੀਕ ਕਿਵੇਂ ਚੱਲੂਗੀ? ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੇ ਇਹਦੇ 'ਚ ਸ਼ਾਇਦ ਅਮਿਤ ਸ਼ਾਹ ਨੂੰ ਉੱਥੇ ਕੋਈ ਟੋਕਣ ਵਾਲਾ ਸੀ ਨਹੀਂ ਕਿ 14 'ਚ ਤਾਂ ਤੁਸੀਂ ਆਏ ਤੇ ਉਦੋਂ ਹੀ ਕੇਜਰੀਵਾਲ ਸਾਹਿਬ ਆਏ, ਫਿਰ ਪੰਗੇ ਤਾਂ ਤੁਹਾਡੇ ਆਪਸ 'ਚ ਲਏ, ਪੁਰਾਣੇ ਤਾਂ ਸਾਰੇ ਚੰਗੇ ਸੀ, ਲੜਾਈ ਤਾਂ ਤੁਸੀਂ ਸ਼ੁਰੂ ਕੀਤੀ ਦੋਵਾਂ ਧਿਰਾਂ ਨੇ। ਨਹੀਂ, ਉਹ ਰੈਫਰੈਂਸ ਦੇ ਰਹੇ ਸੀਗੇ ਜਿਹੜੀ ਪਹਿਲਾਂ ਬੀਜੇਪੀ ਦੀ ਗਵਰਨਮੈਂਟ ਬਣੀ ਸੀ, ਵਾਜਪੇਈ ਸਾਹਿਬ ਦੀ ਜਿਹੜੀ 6 ਸਾਲ ਰਹੀ ਹੈ, ਉਹਦਾ ਦੇ ਰਹੇ ਸੀ ਵੀ ਉਦੋਂ ਸ਼ੀਲਾ ਦੀਕਸ਼ਿਤ ਹੋਣੀ ਉੱਥੇ ਕੀ ਨਾਮ ਹੈ ਸਟੇਟ ਦੇ ਵਿੱਚ ਸੀਗੇ ਔਰ ਅਸੀਂ ਸੈਂਟਰ ਦੇ ਵਿੱਚ ਸੀ। ਉਸ ਤੋਂ ਪਹਿਲਾਂ ਮਤਲਬ ਜਦੋਂ ਸਾਡੀ ਗਵਰਨਮੈਂਟ ਵਾਜਪੇਈ ਸਾਹਿਬ ਦੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਔਰ ਅਮਿਤ ਸ਼ਾਹ ਸਾਹਿਬ ਦਾ ਨਾਂ ਚੱਲਦਾ ਨਹੀਂ ਸੀ ਕਦੇ। ਉਹਨਾਂ ਨੇ ਤਾਂ ਮੇਰੇ ਕੋਲ ਇਹ ਵੀ ਕਹਿਤਾ ਸੀ ਵੀ ਰਾਜ ਧਰਮ ਜ਼ਰੂਰ ਨਿਭਾਓ ਜੀ, ਯਾਦ ਹੋਣਾ ਤੁਹਾਨੂੰ ਗੁਜਰਾਤ ਦੇ ਮਾਮਲੇ 'ਚ, ਗੁਜਰਾਤ ਦੰਗਿਆਂ ਦੇ ਬਾਅਦ ਕਿਹਾ ਸੀ ਉਹਨਾਂ ਨੇ। ਤੇ ਉਹ ਕਹਿੰਦੇ ਵੀ ਰਿਲੇਸ਼ਨ, ਮਤਲਬ ਉਹ ਰੈਫਰ ਕਰ ਰਹੇ ਸੀ ਉਹਨੂੰ, ਤੇ ਮੈਂ ਉਸੇ ਰੈਫਰੈਂਸ ਦੇ ਵਿੱਚ ਹੀ ਇਹਨਾਂ ਦੀ ਗੱਲ ਕਰ ਰਿਹਾ ਕਿ ਜਦੋਂ ਦਿੱਕਤ ਉਦੋਂ ਆਉਂਦੀ ਹੈ ਜਦੋਂ ਰਿਲੇਸ਼ਨ ਤੁਹਾਡੇ ਠੀਕ ਨਹੀਂ ਹੁੰਦੇ। ਜਦੋਂ ਰਿਲੇਸ਼ਨ ਠੀਕ ਹੁੰਦੇ ਆ ਤਾਂ ਤੁਸੀਂ ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2005 ਚ ਇਹ ਨਦੀ ਜਲ ਸਮਝੌਤੇ ਰੱਦ ਕਰਨ ਦਾ ਬਿੱਲ ਪੇਸ਼ ਕਰਤਾ, ਤਾਂ ਵਰਮਾ ਸਾਹਿਬ ਨੇ 1 ਮਿੰਟ ਨਹੀਂ ਲਾਇਆ ਸੀ ਸਾਈਨ ਕਰਨ ਨੂੰ, ਹਾਲਾਂਕਿ ਉਹ ਉਸੇ ਸੈਂਟਰ ਸਰਕਾਰ ਦੇ ਨੁਮਾਇੰਦੇ ਸੀ ਇੱਥੇ। ਇਹ ਰਿਲੇਸ਼ਨ ਦੀ ਗੱਲ, ਮੈਂ ਰਿਲੇਸ਼ਨ ਦੇ ਉੱਤੇ ਆ ਰਿਹਾ। ਹੁਣ ਰਿਲੇਸ਼ਨ ਇੱਥੇ ਕੀ ਹੋ ਰਹੇ ਨੇ, ਛੋਟੀਆਂ ਛੋਟੀਆਂ ਚੀਜ਼ਾਂ 'ਚ ਅਸੀਂ ਪੈ ਗਏ ਹਾਂ। ਮਾਫੀ ਚਾਹੁੰਦਾ ਮੈਂ ਫਿਰ ਵਿੱਚ ਪੰਗਾ ਲੈਣ ਲੱਗਿਆ, ਉਹਦੇ ਲਈ ਮਾਫੀ ਚਾਹੁੰਦਾ। ਉਦੋਂ ਕੈਪਟਨ ਅਮਰਿੰਦਰ ਸਿੰਘ ਬਾਦਲ ਸਾਹਿਬ ਦੀ ਬਾਹ ਫੜ ਕੇ ਨਾਲ ਲੈ ਗਏ ਸੀ ਵੀ ਆਓ ਸਾਰੇ ਇਕੱਠੇ ਚੱਲੀਏ। ਇੱਥੇ ਗਵਰਨਰ ਸਾਹਿਬ ਨੂੰ ਬਾਦਲ ਸਾਹਿਬ ਦੀ ਵਿਰਾਸਤ ਦੇ ਵਾਰਸ ਤਾਂ ਰੋਜ਼ ਚਿੱਠੀ ਦੇਣ ਚਲੇ ਜਾਂਦੇ ਵੀ ਇਹਨਾਂ ਤੇ ਕਾਰਵਾਈ ਕਰੋ, ਔਰ ਪਾਰਲੀਮੈਂਟ ਦੇ ਵਿੱਚ ਵੀ ਕਹਿੰਦੇ ਆ, ਔਰ ਬਾਜਵਾ ਸਾਹਿਬ ਵੀ ਉੱਥੇ ਹੀ ਜਾਂਦੇ ਨੇ, ਬੀਜੇਪੀ ਵਾਲੇ ਜਾਖੜ ਸਾਹਿਬ ਵੀ ਉੱਥੇ ਜਾਂਦੇ। ਗਵਰਨਰ ਨੂੰ ਹੁਣ ਉਦਾਂ ਦੀ ਸਟੇਟ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਵੀ ਇਹ ਸਟੇਟ ਦੇ ਮੁੱਦਿਆਂ ਤੇ ਇਕੱਠੇ ਹੋਣਗੇ। ਮੈਨੂੰ ਲੱਗਦਾ ਹੈ ਕਿ ਹਾਲਾਤ ਕਾਫੀ ਬਦਲੇ ਹੋਏ ਆ, ਤਾਂ ਹੀ ਉਹ ਲੜਾਈਆਂ ਨੇ ਜੀ ਲੜਾਈਆਂ ਤਾਂ ਬਿਲਕੁਲ ਹੈਗੀਆਂ ਨੇ। ਹੁਣ ਮੈਂ ਉਹੀ ਕਹਿ ਰਿਹਾ ਵੀ ਇਹਨਾਂ ਰਿਲੇਸ਼ਨਸ ਕਰਕੇ ਹੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ। ਜਿਸ ਤਰ੍ਹਾਂ ਹੁਣ ਆਪਾਂ ਪਰਸੋਂ ਡਿਸਕਸ ਕੀਤਾ ਸੀਗਾ ਕਿ ਜਸਪਾਲ ਸਿੰਘ ਸੰਧੂ ਹੋਰਾਂ ਨੂੰ 1 ਸਾਲ ਦੀ ਐਕਸਟੈਂਸ਼ਨ ਦੇਤੀ ਸੀ,
ਔਰ ਉਹ 'ਚ ਵੀ ਕੱਟ ਲੱਗ ਗਿਆ। ਪ੍ਰੋਫੈਸਰ ਕਰਮਜੀਤ ਹੋਰਾਂ ਨੂੰ, ਜਿਹੜੇ ਓਪਨ ਯੂਨੀਵਰਸਿਟੀ ਵਾਲੇ ਵਾਈਸ ਚਾਂਸਲਰ ਨੇ, ਉਹਨਾਂ ਨੂੰ ਵੀ 1 ਸਾਲ ਦੀ ਦਿੱਤੀ ਸੀ, ਉਹਨਾਂ ਤੇ ਵੀ ਕੱਟ ਲੱਗ ਗਿਆ। ਸੋ ਇਦਾਂ ਦੀਆਂ ਚੀਜ਼ਾਂ, ਇਹ ਬਹੁਤ ਇੱਕ ਸਟੇਟ ਵਾਸਤੇ ਬਹੁਤ ਛੋਟੀਆਂ ਚੀਜ਼ਾਂ ਨੇ। ਇਹਦੇ ਤੇ ਵੀ ਮੈਨੂੰ ਲੱਗਦਾ ਗਵਰਨਰ ਸਾਹਿਬ ਜਿਸ ਤਰ੍ਹਾਂ ਮਤਲਬ ਇੰਟਰਫੇਅਰ ਕਰਨ ਲੱਗ ਗਏ ਹੈ, ਉਹ ਫਿਰ ਉਹਨਾਂ ਰਿਲੇਸ਼ਨਸ ਕਰਕੇ ਹੀ ਹੈ ਜਿਹੜੇ ਖਰਾਬ ਹੋਏ ਨੇ। ਨਹੀਂ ਤਾਂ ਇਹ ਆਮ ਤੌਰ ਤੇ ਚੱਲ ਜਾਂਦੀਆਂ ਨੇ। ਆਪਾਂ ਰਿਲੇਸ਼ਨ ਕਰਕੇ ਦੇਖਿਆ ਵੀ ਵੱਡੇ ਫੈਸਲੇ ਹੋ ਗਏ, ਪਰ ਇਹ ਖਰਾਬ ਹੋਣ ਕਰਕੇ ਇਸ ਤਰ੍ਹਾਂ ਦੇ ਨਿੱਕੇ ਜਿਹੜੇ ਫੈਸਲੇ ਨੇ ਉਹਨਾਂ 'ਚ ਅੜਚਨਾ ਪੈ ਰਹੀਆਂ ਨੇ। ਹੁਣ ਗੱਲ ਆਈਏ ਇਹਦੇ ਤੇ। ਇੰਦਰਪ੍ਰੀਤ ਜੀ, ਮੈਂ ਤੁਹਾਡੇ ਤੋਂ ਜਿਹੜੀ ਤੁਹਾਡੇ ਤੋਂ ਸਮਝਣ ਵਾਲੀ ਗੱਲ ਆ ਉਹਦੇ ਤੇ ਆਉਣਾ। ਦਰਅਸਲ ਜਦੋਂ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ ਤੁਸੀਂ ਦੋਹਰੇ ਮਾਪਦੰਡ ਨਾਲ ਪੜਾਉਂਦੇ ਹੋ, ਐਕਸਾਈਜ਼ ਪਾਲਿਸੀ ਤੁਸੀਂ ਈਡੀ ਤੇ ਸੀਬੀਆਈ ਤੋਂ ਜਾਂਚ ਕਰਾ ਰਹੇ ਹੋ ਦਿੱਲੀ ਦੀ, ਔਰ ਪੰਜਾਬ ਦੇ ਵਿੱਚ ਵੀ ਸੇਮ ਧੋਖਾਧੜੀਆਂ ਹੋਈਆਂ ਨੇ ਤੇ ਤੁਸੀਂ ਉੱਥੇ ਕਰਾ ਨਹੀਂ ਰਹੇ, ਤੇ ਉਹਨਾਂ ਨੂੰ ਕਿਹਾ ਗਿਆ ਲਿਖ ਕੇ ਭੇਜੋ, ਅਸੀਂ ਕਰਾਉਂਦੇ ਹਾਂ। ਹੁਣ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਨੀਤੀ ਫੈਸਲੇ ਸਰਕਾਰਾਂ ਦਾ ਅਧਿਕਾਰ ਹੈ। ਸਰਕਾਰ ਬਣਦੀ ਕਾਹਦੇ ਲਈ, ਚੁਣੀ ਕਾਹਦੇ ਲਈ ਜਾਂਦੀ ਆ? ਵਿਧਾਨ ਸਭਾਵਾਂ ਜਾਂ ਕੈਬਨਿਟ ਇਸੇ ਕਰਕੇ ਲੋਕ ਚੁਣਦੇ ਆ ਕਿ ਤੁਸੀਂ ਸਰਕਾਰ ਦੇ ਨਜ਼ਰੀਏ ਤੋਂ ਕੇਂਦਰ ਸਟੇਟ ਦੇ ਵਿੱਚ ਜਿਹੜੇ ਵੀ ਵੰਡ ਕੀਤੇ ਹੋਏ ਆਪਣੇ ਖੇਤਰ ਨੇ, ਜਿਹੜਾ ਸਟੇਟ ਸਬਜੈਕਟ ਆ, ਉਹਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਅਧਿਕਾਰ ਤੋਂ ਜੋ ਮਰਜ਼ੀ ਬਣਾਓ, ਉਹ ਤੁਹਾਡਾ ਅਖਤਿਆਰ ਆ। ਤੇ ਫਿਰ ਇਹਦੇ ਵਿੱਚ ਮਾਮਲਾ ਕਿੱਥੇ ਫਸਦਾ ਹੈ, ਮੈਨੂੰ ਜ਼ਰੂਰ ਸਮਝਾਓ। ਕਿਉਂਕਿ ਪਿੱਛੇ ਮਨਜਿੰਦਰ ਸਿਰਸਾ ਔਰ ਵਿਕਰਮ ਮਜੀਠੀਆ ਨੇ ਵੱਖ-ਵੱਖ ਮੌਕਿਆਂ ਦੇ ਉੱਤੇ ਕਿਹਾ ਸੀਗਾ ਕਿ L1 ਦੇ ਥਰੂ ਅੰਡਰ ਦਾ ਟੇਬਲ ਪੈਸੇ ਦਾ ਲੈਣ ਦੇਣ ਬਹੁਤ ਵੱਡੇ ਪੱਧਰ ਤੇ ਹੋਇਆ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਕੀ ਜਿਹੜੀ ਗੱਲ ਉਠਾਈ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਖੌਰੂ ਪਊ ਜੇ ਇਸ ਤਰ੍ਹਾਂ ਦੀ ਜਾਂਚ ਹੁੰਦੀ ਆ, ਤਾਂ ਕੀ ਈਡੀ ਸਿੱਧਿਓਂ ਡਾਇਰੈਕਟਲੀ ਦਖਲ ਦੇ ਸਕਦੀ ਹੈ? ਕਿਉਂਕਿ ਸੀਬੀਆਈ ਨੂੰ ਤਾਂ ਨਾ ਹੈ, ਤੇ ਈਡੀ ਕਿਸੇ ਨਾ ਕਿਸੇ ਕੇਸ ਤੋਂ ਬਾਅਦ ਹੀ ਸ਼ਾਮਲ ਹੁੰਦੀ ਹੈ। ਕਿ ਡਾਇਰੈਕਟਲੀ ਵੀ ਚੰਡੀਗੜ੍ਹ ਪੁਲਿਸ ਵੀ ਦਖਲ ਦੇ ਸਕਦੀ ਹੈ ਜੇ ਕੇਂਦਰੀ ਗ੍ਰਹਿ ਮੰਤਰਾਲਾ ਚਾਹੇ, ਗਵਰਨਰ ਸਾਹਿਬ ਸਹਿਮਤੀ ਦੇਣ, ਤਾਂ ਕੀ ਕੋਈ ਹੋਰ ਏਜੰਸੀ ਵੀ ਜਾਂਚ ਕਰ ਸਕਦੀ ਹੈ ਐਕਸਾਈਜ਼ ਦੀ? ਦੇਖੋ, ਮੈਂ 4-5 ਸਵਾਲ ਪੁੱਛੇ ਤੇ ਮੈਂ ਇੱਕ ਕਰਕੇ ਉਸ ਤੇ ਆ ਰਿਹਾ। ਦੇਖੋ, ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਦਿੱਲੀ ਤੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਅਗਰ ਸੇਮ ਵੀ ਹੈਗੀ ਹੈ, ਜਿਹੜਾ ਕਿ ਹਰਸਿਮਰਤ ਬਾਦਲ ਹੋਰਾਂ ਨੇ ਉੱਥੇ ਇਸ਼ੂ ਉਠਾਇਆ ਹੈ ਵੀ ਸੇਮ ਹੈ, ਵੀ ਇੱਥੇ ਤਾਂ ਤੁਸੀਂ ਪਰਚਾ ਕਰ ਲਿਆ, ਉੱਥੇ ਕਿਉਂ ਨਹੀਂ ਕਰ ਰਹੇ? ਉਹਨਾਂ ਨੇ ਕਿਹਾ ਵੀ ਲਿਖਿਤ ਚ ਦੋ। ਥੋੜਾ ਜਿਹਾ ਫਰਕ ਹੈ। ਅਮਿਤ ਸ਼ਾਹ ਨੇ ਇਸੇ ਉਹਦੇ ਵਿੱਚ ਹੀ ਕੱਲ ਕਿਹਾ ਸੀਗਾ ਕਿ ਦਿੱਲੀ ਕੇ ਜੀ ਸਰਕਾਰ ਦੇ ਵਿੱਚ ਇਹ ਰੂਲ ਸਾਨੂੰ ਲਿਆਣੇ ਕਿਉਂ ਪਏ ਨੇ? ਇਸ ਕਰਕੇ ਲਿਆਣੇ ਪਏ ਨੇ ਕਿ ਕਦੇ ਵੀ ਕੋਈ ਜਿਹੜਾ ਇਸ਼ੂ ਹੈ ਉਹ ਕੈਬਨਿਟ ਸੈਕਟਰੀ ਹੀ ਕੈਬਨਿਟ ਦੇ ਵਿੱਚ ਲੈ ਕੇ ਜਾਂਦਾ ਹੈ। ਯਾਨੀ ਕਿ ਜਿਹੜਾ ਚੀਫ ਸੈਕਟਰੀ ਹੁੰਦਾ ਉਹੀ ਕੈਬਨਿਟ ਸੈਕਟਰੀ ਹੁੰਦਾ ਹੈ, ਸਟੇਟਾਂ ਦੇ ਵਿੱਚ ਉਹੀ ਕੈਬਨਿਟ ਸੈਕਟਰੀ ਹੈ। ਹੁਣ ਕੋਈ ਵੀ ਮਸਲਾ ਚੀਫ ਸੈਕਟਰੀ, ਜਿਹੜਾ ਵੀ ਏਜੰਡਾ ਆਉਂਦਾ, ਆਪਾਂ ਦੇਖਦੇ ਹਾਂ ਏਜੰਡਾ ਸੀਐਮ ਆਫਿਸ ਜਦੋਂ ਕਲੀਅਰ ਕਰ ਦਿੰਦਾ ਤਾਂ ਕੈਬਨਿਟ ਸੈਕਟਰੀ ਦੇ ਤੌਰ ਤੇ ਚੀਫ ਸੈਕਟਰੀ ਕੈਬਨਿਟ ਦੇ ਵਿੱਚ ਲੈ ਕੇ ਜਾਂਦੇ ਆ। ਇੱਕ ਇੱਕ ਕਰਕੇ ਪੜ੍ਹਦੇ ਵੀ ਉਹੀ ਨੇ ਵੀ ਏਜੰਡਾ ਨੰਬਰ 1 ਆ ਹੈ ਜੀ, ਫਿਰ ਉਹ ਏਜੰਡਾ ਸਾਰੇ ਖੋਲਦੇ ਆ। ਉਸ ਤੋਂ ਬਾਅਦ ਇਹ ਅੱਗੇ ਜੋ ਵੀ ਫੈਸਲਾ ਹੋਣਾ ਹੈ ਉਹ ਸਾਰੀ ਕੈਬਨਿਟ ਤੈਅ ਕਰਦੀ ਹੈ। ਇੱਥੇ ਪੂਰੀ ਜਿਹੜੀ ਪਾਲਿਸੀ ਸੀਗੀ ਉਹ ਪੂਰੀ ਇਸੇ ਤਰ੍ਹਾਂ ਹੀ ਆਈ ਹੈ। ਕੈਬਨਿਟ ਸੈਕਟਰੀ ਲੈ ਕੇ ਆਏ ਨੇ, ਉਹਨੂੰ ਕੈਬਨਿਟ ਨੇ ਅਪਰੂਵ ਕਰਤੀ ਹੈ। ਸੇਮ ਹੀ ਪਾਲਿਸੀ ਉੱਥੇ ਸੀ, ਪਰ ਉੱਥੇ ਕੈਬਨਿਟ ਸੈਕਟਰੀ ਨੇ ਨਹੀਂ ਪੇਸ਼ ਕੀਤੀ, ਉਹ ਜਿਹੜੇ ਉੱਥੇ ਦੇ ਮੰਤਰੀ ਨੇ, ਜਿਹੜੇ ਮਿਨਿਸਟਰ ਨੇ, ਉਹਨਾਂ ਨੇ ਪੇਸ਼ ਕੀਤੀ ਹੈ। ਫਿਰ ਜੋ ਕੈਬਨਿਟ ਨੇ ਫੈਸਲਾ ਵੀ ਕੀਤਾ, ਉਸ ਫੈਸਲੇ ਤੋਂ ਬਾਅਦ ਵੀ ਕੁਝ ਚੀਜ਼ਾਂ ਇਨਕੋਰਪੋਰੇਟ ਹੋਈਆਂ ਜਿਹੜੀਆਂ ਉਸ ਦੇ ਮੰਤਰੀ ਦੇ ਆਪਣੇ ਤੌਰ ਤੇ ਪੇਸ਼ ਕੀਤੀਆਂ, ਤਾਂ ਕਰਕੇ ਉੱਥੇ ਘਪਲਾ ਬਣਦਾ ਹੈ ਤੇ ਉਹਦੇ ਤੇ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ। ਪੰਜਾਬ ਦੇ ਵਿੱਚ ਇਹ ਨਹੀਂ ਹੈ। ਦੂਜੀ ਗੱਲ ਇਹ ਕਿ ਪੰਜਾਬ ਇਹ ਕਲੇਮ ਵੀ ਕਰਦਾ ਹੈ ਕਿ ਜਿਹੜੀ ਪਾਲਿਸੀ ਰਾਹੀਂ ਪਹਿਲਾਂ ਸਾਡੇ ਕੋਲੇ 6200 ਕਰੋੜ ਰੁਪਈਆ ਆ ਰਿਹਾ ਸੀ, ਜਦੋਂ ਅਸੀਂ ਚੇਂਜ ਕੀਤੀ ਉਦੋਂ ਸਾਡਾ ਇਹ ਰੈਵਨਿਊ ਜਾ ਕੇ 9600 ਕਰੋੜ ਹੋ ਗਿਆ। ਹਾਲਾਂਕਿ ਉਹਦੇ ਚ 800 ਕਰੋੜ ਪਿਛਲੀ ਪਾਲਿਸੀ ਦਾ ਹੀ ਸੀ, ਅਸੀਂ ਉਹਨੂੰ ਕੱਢ ਵੀ ਦਈਏ ਤਾਂ ਵੀ ਤੁਸੀਂ, ਔਰ ਜਦੋਂ ਕਲੈਕਸ਼ਨ ਹੋਈ ਉਹ 88 ਦੇ ਕਰੀਬ ਹੋਈ ਸੀਗੀ, ਤਾਂ ਤੁਸੀਂ ਕਹਿ ਲਓ ਵੀ 1600 ਕਰੋੜ ਘਟਾ ਵੀ ਲਓ ਤਾਂ ਵੀ ਸਾਡੇ ਕੋਲ 8000 ਕਰੋੜ ਕਹਿਣ ਨੂੰ ਸੀਗਾ। ਯਾਨੀ ਕਿ ਸਰਕਾਰ ਦਾ ਕਲੇਮ ਸੀ ਵੀ ਜੇ ਘਪਲਾਈ ਹੋਇਆ ਹੁੰਦਾ ਤਾਂ 1800 ਕਰੋੜ ਰੁਪਏ ਸਾਡਾ ਨਹੀਂ ਵਧਣਾ ਸੀਗਾ, ਇਸ ਖਜ਼ਾਨੇ ਦੇ ਵਿੱਚ ਆਇਆ। ਇਸ ਕਰਕੇ ਥੋੜੀ ਜਿਹੀ ਦਿੱਕਤ ਇੱਥੇ ਹੈਗੀ ਹੈ, ਇਹ ਤੇ ਨਹੀਂ ਬਣਦੀ। ਹੁਣ ਹੈਗਾ ਵੀ ਜਿਵੇਂ ਉੱਥੇ ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿ ਤੁਸੀਂ ਸਾਨੂੰ ਲਿਖਿਤ ਚ ਦਿਓ। ਦੇਖੋ, ਈਡੀ ਜੋ ਮੈਂ ਆਫੀਸਰਸ ਤੋਂ ਪਤਾ ਕੀਤਾ, ਈਡੀ ਕਦੇ ਵੀ ਡਾਇਰੈਕਟਲੀ ਨਹੀਂ ਕਿਸੇ ਕੇਸ ਚ ਆਊਗੀ। ਈਡੀ ਉਦੋਂ ਆਊਗੀ ਜਦੋਂ ਪਹਿਲਾਂ ਕੋਈ ਹੋਰ ਜਾਂਚ ਏਜੰਸੀ ਕਿਸੇ ਕੇਸ ਦੇ ਉੱਤੇ ਜਾਂਚ ਕਰਕੇ ਇੱਕ ਇਹੋ ਜਿਹੇ ਨਤੀਜੇ ਤੇ ਪਹੁੰਚੂਗੀ ਕਿ ਹਾਂ ਇੱਥੇ ਵਿੱਤੀ ਅਨਿਯਮਿਤਤਾਵਾਂ ਹੋਈਆਂ ਨੇ, ਤਾਂ ਫਿਰ ਈਡੀ ਵੀ ਐਂਟਰ ਕਰ ਸਕਦੀ ਹੈ। ਹਜੇ ਇੱਥੇ ਹੁਣ ਸੀਬੀਆਈ ਦਾ ਤੁਸੀਂ ਆਪ ਹੀ ਕਿਹਾ ਕਿ ਸੀਬੀਆਈ ਸਿੱਧਾ ਐਂਟਰ ਨਹੀਂ ਕਰ ਸਕੀ, ਕਿ ਉਹਨੇ ਅਗਰ ਐਂਟਰ ਕਰਨਾ ਹੈ ਤਾਂ ਪਹਿਲਾਂ ਸਟੇਟ ਗਵਰਨਮੈਂਟ ਤੋਂ ਉਹਨੂੰ ਮਨਜ਼ੂਰੀ ਲੈਣੀ ਪਏਗੀ,
ਕਿਉਂਕਿ ਪੰਜਾਬ ਉਹਨਾਂ 10 ਸਟੇਟਾਂ ਦੇ ਵਿੱਚੋਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਆਪਣੀ ਗਵਰਨਮੈਂਟ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਸਿੱਧੇ ਤੌਰ ਤੇ ਦਖਲਅੰਦਾਜ਼ੀ ਨਹੀਂ ਕਰਨ ਦਾਂਗੇ, ਸਟੇਟ ਗਵਰਨਮੈਂਟ ਦੀ ਅਪਰੂਵਲ ਤੋਂ ਬਾਅਦ ਹੀ ਕੋਈ ਜਾਂਚ ਜਿਹੜੀ ਹੈ CBI ਸ਼ੁਰੂ ਕਰ ਸਕਦੀ ਹੈ। ਹੁਣ ਹੈ ਈਡੀ ਉਦੋਂ ਤੱਕ ਨਹੀਂ ਆਊਗੀ ਜਦੋਂ ਤੱਕ ਕੋਈ ਜਾਂਚ ਏਜੰਸੀ ਪਹਿਲਾਂ ਕੰਮ ਨਹੀਂ ਸ਼ੁਰੂ ਕਰ ਸਕਦੀ। ਸੋ ਥੋੜੀ ਜਿਹੀ ਦਿੱਕਤ ਕਾਨੂੰਨੀ ਨੁਕਤੇ ਦੇ ਰੂਪ ਚ ਇਸ ਮਾਮਲੇ ਦੇ ਵਿੱਚ ਹੈਗੀ ਹੈ। ਹੁਣ ਉਸ ਨੁਕਤੇ ਨੂੰ ਕਿਉਂਕਿ ਸਰਕਾਰਾਂ ਕੋਈ ਨਾ ਕੋਈ ਤਰੀਕਾਕਾਰ ਤਾਂ ਲੱਭ ਹੀ ਲੈਂਦੀਆਂ ਨੇ, ਹੁਣ ਇੱਥੇ ਕੀ ਤਰੀਕਾਕਾਰ ਲੱਭਣਗੇ, ਅਗਰ ਉਹਨਾਂ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਕੀ ਤਰੀਕੇ ਲੱਭਣਗੇ, ਇਹ ਦੇਖਣ ਵਾਲਾ ਹੋਊਗਾ। ਆਖਰੀ ਸਿਰਫ ਮੈਂ ਤੁਹਾਡੇ ਕੋਲ ਬਹੁਤ ਸੰਖੇਪ ਚ ਸਮਝਣਾ ਚਾਹੂੰਗਾ, ਜਿਹੜਾ ਇਲਜ਼ਾਮ ਸੀ ਉਹ ਸੀਗਾ ਕਿ ਜਿਹੜੇ L1 ਲਾਇਸੈਂਸ ਧਾਰਕ ਨੇ ਉਹਨਾਂ ਨੂੰ ਗੈਰ ਜ਼ਰੂਰੀ ਮੁਨਾਫਾ ਦਿੱਤਾ ਗਿਆ ਔਰ ਉਹ ਮੁਨਾਫਾ ਬਾਅਦ ਦੇ ਵਿੱਚ ਸ਼ੇਅਰ ਕੀਤਾ ਗਿਆ। ਦਿੱਲੀ ਦੇ ਵਿੱਚ ਵੀ ਜਾਂਚ ਇਸ ਗੱਲ ਦੀ ਹੋ ਰਹੀ ਸੀ ਕਿ ਕੀ 5% ਤੋਂ ਉਹਨਾਂ ਦਾ ਮਾਰਜਨ ਵਧਾ ਕੇ 12 ਕੀਤਾ ਗਿਆ ਕਿ 10 ਕੀਤਾ ਗਿਆ, ਇਹਦੇ ਰੌਲੇ ਸੀ। ਔਰ ਉਹ ਮਾਰਜਨ ਜਿਹੜਾ ਉਹ ਟੇਬਲ ਦੇ ਥੱਲਿਓਂ ਦੀ ਵਾਪਸ ਲਿਆ ਗਿਆ, ਜਿਹਨੂੰ ਵੱਖ-ਵੱਖ ਇਲੈਕਸ਼ਨਾਂ ਦੇ ਵਿੱਚ ਯੂਜ਼ ਕੀਤਾ ਜਾਣਾ ਸੀ। ਔਰ ਜਿਹੜੀ ਫਿਰ ਮਨੀ ਲਾਂਡਰਿੰਗ ਹੋਈ ਆ, ਜਿਹੜੀ ਟ੍ਰਾਂਜੈਕਸ਼ਨਸ ਹੋਈਆਂ ਨੇ, ਜਿਹੜੀ ਹਵਾਲੇ ਰਾਹੀਂ ਹੋਈਆਂ, ਉਹਦੀਆਂ ਜਾਂਚ ਹੋ ਰਹੀ ਸੀ, ਜਿਹਦੇ ਵਿੱਚ ਕਵਿਤਾ ਜਾਂ ਬਾਕੀ ਲੋਕ ਜਿਨ੍ਹਾਂ ਦੇ ਨਾਂ ਸਾਊਥ ਵਾਲੀ ਸਾਈਡ ਤੋਂ ਆਉਂਦੇ ਰਹੇ। ਹੁਣ ਪੰਜਾਬ ਦੇ ਵਿੱਚ ਵੀ ਇਹ ਇਲਜ਼ਾਮ ਲਾਇਆ ਜਾ ਰਿਹਾ ਸੀਗਾ ਉਹਨਾਂ ਦਿਨਾਂ 'ਚ ਕਿ ਸੇਮ ਪਾਲਿਸੀ ਦੇ ਰੂਪ 'ਚ ਜਦੋਂ ਗੱਲ ਅੱਗੇ ਵੱਧਦੀ ਹੈ, ਪਾਲਿਸੀ ਠੀਕ ਹੈ, ਪਰ ਕੀ ਜਾਂਚ ਦੇ ਅਦਾਰਿਆਂ ਦੇ ਵਿੱਚ, ਜਿੱਦਾਂ ਅਮਨਦੀਪ ਢੱਲ ਦਾ ਜ਼ਿਕਰ ਕਰਦੇ ਆ, ਉੱਥੇ ਮਲਹੋਤਰਾ ਦਾ ਜ਼ਿਕਰ ਕਰਦੇ ਆ, ਕਿੰਨੇ ਲੋਕ ਜਿਹੜੇ ਉਹਨਾਂ ਨੂੰ ਅੰਦਰ ਜਾਣਾ ਪਿਆ, ਜੇਲ੍ਹ ਦੀ ਹਵਾ ਖਾਣੀ ਪਈ, ਪੁੱਛਗਿੱਛ ਦੇ ਵਿੱਚ ਸ਼ਾਮਲ ਹੋਣਾ ਪਿਆ, ਜ਼ਮਾਨਤਾਂ ਤੇ ਕਈ ਬਾਹਰ ਆਏ, ਕਈ ਅਜੇ ਵੀ ਅੰਦਰ ਨੇ। ਕੀ ਉਹ ਮਾਮਲਾ ਕਿ ਤੁਸੀਂ ਅੰਡਰ ਦਾ ਟੇਬਲ ਜਿਹੜਾ ਪ੍ਰੋਫਿਟ ਦੇ ਕੇ ਲਿਆ ਵਾਪਸ, ਕੋਈ ਇਦਾਂ ਦੀ ਵੀ ਹੈ ਗੱਲ? ਇਹ ਨਹੀਂ ਕਿ ਤੁਸੀਂ ਪਾਲਿਸੀ ਕੀ ਬਣਾਈ, ਪਾਲਿਸੀ ਤੋਂ ਬਾਅਦ ਉਹਦੇ ਵਿੱਚ ਕੋਈ ਕਰਪਸ਼ਨ ਹੋਈ, ਇਹ ਮਾਮਲਾ ਇਹ ਤਾਂ ਬਣ ਸਕਦਾ ਹੈ ਕਿਉਂਕਿ ਮਾਮਲਾ ਹੀ ਇਹ ਸੀਗਾ, ਇਹਦੇ ਤੇ ਰੌਲੇ ਪੈ ਸਕਦੇ, ਇਹਦੇ ਤੇ ਕੋਈ ਜਾਂਚ ਅੱਗੇ ਵੱਧ ਸਕਦੀ ਹੈ। ਇਹਦੇ ਉੱਤੇ ਕੀ ਜੇ ਚੰਡੀਗੜ੍ਹ 'ਚ ਆਪਰੇਸ਼ਨਸ ਨੇ ਕਿਸੇ ਕੰਪਨੀ ਦੇ, ਚੰਡੀਗੜ੍ਹ ਦੇ ਵਿੱਚ ਆਪਰੇਟ ਹੋ ਰਹੀ ਹੈ ਜਾਂ ਕੁਝ ਵੀ, ਤਾਂ ਕੀ ਚੰਡੀਗੜ੍ਹ ਪੁਲਿਸ ਨੂੰ ਵੀ ਦਖਲ ਦੇਣ ਲਈ ਕਿਹਾ ਜਾ ਸਕਦਾ ਜੇ CBI ਨੂੰ ਨਾ ਹੈ ਤਾਂ? ਕਿਉਂਕਿ ਆਧਾਰ ਤਾਂ ਬਣਾਉਣਾ ਪਊ। ਜੇ ED ਲਈ ਪਹਿਲਾਂ ਕੋਈ ਆਧਾਰ ਹੋਣਾ ਚਾਹੀਦਾ ਤਾਂ ਆਧਾਰ ਬਣਾਉਣ ਲਈ ਤਾਂ ਫਿਰ ਕੰਨ ਇਧਰੋਂ ਨਹੀਂ ਤੇ ਇਧਰੋਂ ਫੜਿਆ ਜਾਊ। ਕੀ ਕਹਿੰਦੇ? ਮੈਂ ਉਹੀ ਰੰਧਾਵਾ ਸਾਹਿਬ ਤੁਹਾਨੂੰ ਦੱਸਿਆ ਕਿ ਪਾਲਿਸੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਲਿਆਓ, ਦਿੱਕਤ ਆਊਗੀ ਅਪਰੂਵਲ ਕਿਹਨੇ ਦਿੱਤੀ ਹੈ, ਕਿਸ ਤਰ੍ਹਾਂ ਦਿੱਤੀ ਹੈ। ਅਗਰ ਤੁਸੀਂ ਉਹਨੂੰ ਬਕਾਇਦਾ ਕਾਨੂੰਨੀ ਜਾਮਾ ਪਹਿਨਾ ਕੇ ਅਪਰੂਵਲ ਦੇ ਰਹੇ ਹੋ, ਫਿਰ ਇਹਦੇ 'ਚ ਕੋਈ ਵੀ ਜਾਂਚ ਨਹੀਂ ਕਰ ਸਕਦਾ। ਉਹ ਇੱਕ ਸਟੇਟ ਦਾ ਰਾਈਟ ਹੈ, ਉਹ ਰਾਈਟ ਕਰ ਸਕੇ। ਉੱਥੇ ਦਿੱਕਤ ਮੈਂ ਤੁਹਾਨੂੰ ਦੱਸਿਆ ਇਹੀ ਹੈ। ਉੱਥੇ ਜਿਹੜਾ ਇਹ ਤੁਸੀਂ ਕਿਹਾ ਨਾ ਕਿ 6% ਤੋਂ ਵਧਾ ਕੇ 10% ਕੀਤਾ ਗਿਆ ਔਰ ਅੰਡਰ ਟੇਬਲ ਲਿੱਤਾ ਗਿਆ, ਉਹ ਅਪਰੂਵਲ ਕੈਬਨਿਟ ਦੀ ਅਪਰੂਵਲ ਤੋਂ ਬਾਹਰ ਦਾ ਮਸਲਾ ਹੈ। ਇਸੇ ਕਰਕੇ ਹੀ ਉਹ ਜਾਂਚ ਦਾ ਵਿਸ਼ਾ ਹੋਇਆ ਪਿਆ। ਇੱਥੇ ਦਿੱਕਤ ਹੈਗੀ ਹੈ, ਇੱਥੇ ਉਹ ਚੀਜ਼ ਨਹੀਂ ਹੈਗੀ। ਇੱਥੇ ਜੋ ਵੀ ਚੀਜ਼ ਹੋਈ ਹੈ ਉਹ ਸਾਰੀ ਦੀ ਸਾਰੀ ਨੂੰ ਅਪਰੂਵਲ ਕੈਬਨਿਟ ਦੇ ਦਿੱਤੀ ਹੈ। ਇਸ ਕਰਕੇ ਕੈਬਨਿਟ ਦੇ ਕਿਸੇ ਵੀ ਫੈਸਲੇ ਤੇ ਫਿਰ ਸਵਾਲ ਨਹੀਂ ਉਠਾਇਆ ਜਾ ਸਕਦਾ। ਅਸੀਂ ਦੋਸਤੋ ਫਿਰ ਇੱਕ ਵਾਰੀ ਸਾਫ਼ ਕਰ ਦਈਏ ਕਿ ਇਹ ਅਸੀਂ ਕਥਿਤ ਦੋਸ਼ਾਂ ਦੀ ਗੱਲ ਕਰ ਰਹੇ ਹਾਂ। ਅਸੀਂ ਨਹੀਂ ਕਹਿ ਰਹੇ ਕਿ ਕਿਸੇ ਨੇ ਪੈਸੇ ਲਏ ਦਿੱਤੇ, ਕੀ ਆ ਜਿਹੜੇ ਰੌਲੇ ਨੇ ਉਹਨਾਂ ਰੌਲਿਆਂ ਦੇ ਵਿੱਚੋਂ ਇਹ ਚੀਜ਼ਾਂ ਆ ਰਹੀਆਂ ਨੇ। ਮੈਂ ਭਾਸਕਰ ਸਾਹਿਬ ਵੱਲ ਜਾਵਾਂ। ਭਾਸਕਰ ਸਾਹਿਬ, ਚੰਡੀਗੜ੍ਹ ਦੇ ਮਾਮਲੇ 'ਚ ਹੀ ਖੜੇ ਆ ਤਾਂ ਕੱਲ ਇੱਕ ਤਿੱਖਾ ਬਿਆਨ ਮਾਲਵਿੰਦਰ ਸਿੰਘ ਕੰਗ ਦਾ ਆਉਂਦਾ ਔਰ ਉਹ ਮਾਲਵਿੰਦਰ ਸਿੰਘ ਕੰਗ ਜੋ ਵੀ ਕਹਿ ਰਹੇ ਹੁੰਦੇ ਆ ਉਹ ਪਾਰਟੀ ਦੀ ਲਾਈਨ ਹੁੰਦੀ ਆ, ਕਿਉਂਕਿ ਕਈ ਦਿਨਾਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਖਾਮੋਸ਼ੀ ਕਿਉਂ, ਜਦੋਂ ਕਿ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਫ਼ਤਰ ਲਈ ਜਗ੍ਹਾ ਦੇਣ ਤੋਂ ਨਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤੀ ਹੈ ਆਧਾਰ ਹੋਰ ਬਣਾ ਕੇ। ਜਦੋਂ ਕੱਲ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਰਾਜ ਭਵਨ ਦੇ ਸਾਹਮਣੇ ਉਹ ਦਫ਼ਤਰ ਚਲਾਵਾਂਗੇ, ਇਹਦਾ ਮਤਲਬ ਹੈ ਕਿ ਅੰਦੋਲਨ ਕਰਾਂਗੇ। ਉਹਦੇ ਲਈ ਕੋਈ ਰੂਪਰੇਖਾ ਨਹੀਂ ਦਿੱਤੀ ਗਈ, ਕੋਈ ਟਾਈਮ ਲਾਈਨ ਨਹੀਂ ਹੈ, ਕੋਈ ਅਲਟੀਮੇਟਮ ਨਹੀਂ ਹੈ। ਪਰ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੀ ਪਰਖ ਦੀ ਘੜੀ ਹੋਊਗੀ। ਕਿੰਨੇ ਲੋਕ ਕਿੰਨੀ ਦੇਰ ਤੱਕ ਬੈਠ ਸਕਦੇ ਆ? ਕੀ ਅੰਦੋਲਨ ਚੋਂ ਨਿਕਲੀ ਪਾਰਟੀ ਅੰਦੋਲਨਾਂ ਨਾਲ ਅੱਗੇ ਵੱਧ ਸਕਦੀ ਹੈ? ਇਹ ਸਵਾਲ ਬੜਾ ਅਹਿਮ ਆ। ਬਹੁਤ ਸਵਾਲ ਅਹਿਮ ਹੈ। ਉਸ ਤੋਂ ਪਹਿਲੇ ED ਦੀ ਮਾਮਲੇ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਤੁਸੀਂ ਇਹ ਦੇਖੋ, ਇਹਦਾ ਬੇਸ ਤੇ ED ਨੇ ਪਹਿਲਾਂ ਹੀ ਬਣਾ ਲਿਆ ਸੀਗਾ। ਤੁਹਾਨੂੰ ਯਾਦ ਹੋਏਗਾ ਜਦ ਪੰਜਾਬ ਦੇ ਅਫਸਰ ਦਿੱਲੀ ਜਾ ਕੇ ED ਦੀ ਪਾਲਿਸੀ ਬਣਾਉਂਦੇ ਨੇ, ਉਸ ਟਾਈਮ ਵੀ ਆਬਜੈਕਸ਼ਨ ਲੱਗਦੇ ਨੇ। ਉਸ ਤੋਂ ਬਾਅਦ ED ਪੰਜਾਬ ਦੇ 2 ਵੱਡੇ ਐਕਸਾਈਜ਼ ਆਫੀਸਰ ਦੇ ਰੇਡ ਵੀ ਪਾਉਂਦੀ ਹੈ, ਯਾਨੀ ਉਹਨਾਂ ਨੇ ਆਪਣੀ ਕਾਰਵਾਈ ਦਾ ਬੇਸ ਤੇ ਉਸ ਟਾਈਮ ਵੀ ਬਣਾ ਲਿਆ ਸੀਗਾ। ਉਸ ਤੋਂ ਇਲਾਵਾ ਜੇ ED ਉਸ ਮਾਮਲੇ ਵਿੱਚ ਅੱਗੇ ਵਧਦੀ ਹੈ ਔਰ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਿਮਿਲੈਰਿਟੀ ਕੀ ਹੈ ਕਿ ਜਿਹੜੇ CBI ਨੇ ਤੇ ED ਨੇ ਐਕਿਊਜ਼ਡ ਬਣਾਏ ਨੇ, ਉਹਨਾਂ ਵਿੱਚੋਂ ਕਾਫੀ ਲੋਕ ਪੰਜਾਬ ਦੀ ਐਕਸਾਈਜ਼ ਪਾਲਿਸੀ ਤੋਂ ਵੀ ਰਿਲੇਟਡ ਹੈਗੇ ਨੇ। ਪਰ ਚਲੋ ਗੱਲ ਸਿੱਧੇ ਨਾ ਫੜ ਕੇ ਦਾएं ਬਾएं ਤੋਂ ਫੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਲੇਕਿਨ ਹੁਣ ਗੱਲ ਕਰੀਏ ਮਾਲਵਿੰਦਰ ਕੰਗ, ਉਹਨਾਂ ਦੀ ਗੱਲ ਗੁੱਸਾ ਚੜ ਗਿਆ ਉਹਨਾਂ ਨੂੰ ਲੱਗਿਆ ਕਿ ਗਵਰਨਰ ਸਾਹਿਬ ਨੇ
ਇੰਨੀ ਵੱਡੀ ਪਾਰਟੀ ਜਿਹੜੀ 92 ਐਮਐਲਏ ਦੀ ਸਰਕਾਰ ਪੰਜਾਬ ਦੇ ਵਿੱਚ ਬਣਾ ਕੇ ਬੈਠੀ ਹੋਈ ਹੈ ਔਰ 14 ਕਾਉਂਸਲਰ ਉਹ ਚੰਡੀਗੜ੍ਹ ਦੇ ਵਿੱਚ ਜਿੱਤੀ ਹੋਈ ਹੈ ਔਰ 10 ਰਾਜ ਸਭਾ ਦੇ ਐਮਪੀ ਤੇ 1 ਲੋਕ ਸਭਾ ਦਾ ਐਮਪੀ, ਉਸ ਤੋਂ ਬਾਵਜੂਦ ਵੀ ਸਾਨੂੰ ਜਗ੍ਹਾ ਦੇਣ ਤੋਂ ਮਨਾ ਕਰਤਾ। ਉਹ ਵੀ ਤਦ ਜਦ ਕਾਂਗਰਸ ਦੇ ਉੱਥੇ ਆਫਿਸ ਨੇ, ਬੀਜੇਪੀ ਦੇ ਦੋ ਆਫਿਸ ਨੇ, ਅਕਾਲੀ ਦਲ ਦਾ ਇੰਨਾ ਵੱਡਾ ਆਫਿਸ ਹੈ ਤੇ ਆਮ ਆਦਮੀ ਪਾਰਟੀ ਨਾਲ ਵਿਤਕਰਾ ਕਿਉਂ? ਇਸ ਗੱਲ ਨੂੰ ਵਿਤਕਰੇ ਦੇ ਤੌਰ ਤੇ ਲੈਂਦੇ ਹੋਏ ਉਹਨਾਂ ਨੇ ਗਵਰਨਰ ਸਾਹਿਬ ਦਾ ਵਿਰੋਧ ਕੀਤਾ, ਜਿਸ ਵਿਰੋਧ ਤੋਂ ਅਸੀਂ ਅੱਜ ਦੀ ਗੱਲ ਸ਼ੁਰੂ ਕੀਤੀ ਹੈ। ਉਹ ਵਿਰੋਧ ਹੁਣ ਇੱਕ ਸਟੈਪ ਫਰਦਰ ਜਾਣ ਦੇ ਵਾਸਤੇ ਤਿਆਰ ਹੈ, ਕਿਉਂਕਿ ਧਮਕੀ ਦੇ ਦਿੱਤੀ ਗਈ ਹੈ ਕਿ ਗਵਰਨਰ ਸਾਹਿਬ ਦੇ ਬਾਹਰ ਆਪਾਂ ਆਮ ਆਦਮੀ ਪਾਰਟੀ ਦਾ ਦਫ਼ਤਰ ਚਲਾਵਾਂਗੇ। ਇਹ ਚੀਜ਼ ਪੋਸੀਬਲ ਤੇ ਨਹੀਂ, ਕਿਉਂਕਿ ਚੰਡੀਗੜ੍ਹ ਪੁਲਿਸ ਅਲਾਉ ਨਹੀਂ ਕਰੇਗੀ। ਪਰ ਜਦ ਗੱਲ ਲੜਾਈ ਵੱਲ ਜਾਂਦੀ ਹੈ, ਗੱਲ ਥ੍ਰੈਟ ਵੱਲ ਜਾਂਦੀ ਹੈ, ਤੇ ਉਹਦੇ ਵਿੱਚ ਜਿਹੜਾ ਟਕਰਾਅ ਗਵਰਨਰ ਸਾਹਿਬ ਦਾ ਔਰ ਪੰਜਾਬ ਦੀ ਸਰਕਾਰ ਦਾ ਚੱਲ ਰਿਹਾ ਹੈ, ਉਹ ਇੱਕ ਰਾਉਂਡ ਅੱਗੇ ਚਲੇ ਜਾਏਗਾ, ਇਹ ਜ਼ਰੂਰ ਹੋ ਸਕਦਾ। ਔਰ ਵੈਸੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਕਿਹਾ ਹੈ ਕਿ ਜਿਹੜਾ ਟਕਰਾਅ ਮੁੱਖ ਮੰਤਰੀ ਔਰ ਗਵਰਨਰ ਸਾਹਿਬ ਦੇ ਵਿੱਚ ਚੱਲ ਰਿਹਾ ਹੈ, ਕੀ ਉਸ ਟਕਰਾਅ ਦੀ ਲੋੜ ਸੀ? ਕੀ ਮੁੱਖ ਮੰਤਰੀ ਨੂੰ ਦਿੱਕਤ ਸੀ ਕੋਈ ਜਵਾਬ ਦੇਣ ਦਾ ਜਿਨ੍ਹਾਂ ਮੁੱਦਿਆਂ ਦੇ ਉੱਤੇ ਉਹਨਾਂ ਕੁਝ ਸਵਾਲ ਕੀਤੇ ਨੇ? ਇਹ ਸਾਰੀ ਗੱਲ ਹੁਣ ਨੈਕਸਟ ਰਾਉਂਡ ਦੇ ਤੇ ਚਲੀ ਜਾਏਗੀ, ਪਰ ਇਹਦਾ ਪੰਜਾਬ ਨੂੰ ਕੀ ਫਾਇਦਾ ਹੋਏਗਾ, ਉਹ ਸਵਾਲ ਹਜੇ ਵੀ ਪੰਜਾਬ ਦੇ ਸਾਹਮਣੇ ਖੜਾ ਹੈ। ਭਾਸਕਰ ਸਾਹਿਬ, ਅਗਲਾ ਸਵਾਲ ਵੀ ਮੈਂ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੂੰਗਾ। ਸਵਾਲ ਕਾਫੀ ਅਹਿਮ ਆ। ਵੈਸੇ ਤਾਂ ਇੰਦਰਪ੍ਰੀਤ ਜੀ, ਜਿਹੜੀ ਇਹ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ, ਜ਼ਮੀਨ ਦੇ ਮਾਮਲੇ 'ਚ ਮਾਲਵਿੰਦਰ ਕੰਗ ਕਹਿ ਰਹੇ, ਤੁਹਾਨੂੰ ਲੱਗਦਾ ਤੁਸੀਂ ਉਹਨੂੰ ਰਿਪੋਰਟ ਕਰਦੇ ਰਹਿੰਦੇ ਹੋ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੀ ਸੱਤਾ ਨੂੰ, ਇਹ ਇੰਨਾ ਯੁੱਧ ਲੜਨਗੇ? ਤੁਹਾਨੂੰ ਲੱਗਦਾ ਇਹ ਮਨ ਬਣਾ ਰਹੇ ਨੇ? ਇਹ ਇੱਕ ਤਰ੍ਹਾਂ ਨਾਲ ਜਿਹੜਾ ਸਿੱਧਿਓ ਚੰਡੀਗੜ੍ਹ ਦੇ ਉੱਤੇ ਹੱਕ ਰੱਖਣਾ ਜਾਂ ਇਸ ਰਾਹੀਂ ਚੰਡੀਗੜ੍ਹ ਦੀ ਲੜਾਈ ਲੜਨੀ, ਇਹਨੂੰ ਐਡੀ ਵੱਡੀ ਲੜਾਈ ਬਣਾ ਸਕਣਗੇ? ਕਿ ਇਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਇੱਕ ਸੋਕਾ ਪਿਆ ਹੋਇਆ ਕਿ ਪੰਜਾਬ ਦੇ ਲੋਕ ਸਿਰਫ ਕਿਸਾਨੀ ਅੰਦੋਲਨ 'ਚ ਇੱਕ ਮਾਦਾ ਦਿਖਾਇਆ ਹੈ, ਆਪਣੇ ਹੱਕੀ ਮੰਗਾਂ ਲਈ ਲੜਨਾ ਭੁੱਲ ਚੁੱਕੇ ਆ, ਛੱਡ ਚੁੱਕੇ ਆ? ਇਹ ਇੱਥੇ ਥੋੜੀ ਜਿਹੀ ਟਿੱਪਣੀ ਤੁਸੀਂ ਦੇ ਦਿਓ, ਫਿਰ ਮੈਂ ਮਨਪ੍ਰੀਤ ਵੱਲ ਜਾ। ਦੇਖੋ ਸਰ, ਇਹ ਇੱਕ ਇਸ਼ੂ ਤਾਂ ਨਾ ਇਹਦੇ 'ਚ ਥੋੜਾ ਜਿਹਾ ਫਰਕ ਹੈਗਾ। ਬਿਲਕੁਲ ਠੀਕ ਹੈ ਕਿ ਕੁਝ 2-3 ਸਾਲ ਪਹਿਲਾਂ ਜਿਹੜੀ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣ ਦੀ ਪਾਲਿਸੀ ਹੈ, ਉਹਨੂੰ ਉਹਨਾਂ ਨੇ ਚੇਂਜ ਕੀਤਾ। ਉਹ ਇਹ ਕੀਤਾ ਕਿ ਹੁਣ ਕਿਸੇ ਵੀ ਜਿਹੜੀ ਵੀ ਮਤਲਬ ਕੋਈ ਆਰਗੇਨਾਈਜੇਸ਼ਨਸ ਹੁੰਦੀਆਂ, ਜਿਵੇਂ ਰਾਮਗੜੀਆ ਭਵਨ ਵਗੈਰਾ, ਉਸ ਤਰ੍ਹਾਂ ਦੇ ਕਈ ਭਵਨ ਕਈ ਕਮਿਊਨਿਟੀਆਂ ਨੂੰ ਮਿਲੇ ਹੋਏ ਨੇ, ਉਹਨਾਂ ਨੂੰ ਪਲੱਸ ਉਸ ਪੋਲੀਟੀਕਲ ਪਾਰਟੀ ਨੂੰ ਜਿਨ੍ਹਾਂ ਦਾ ਮੈਂਬਰ ਪਾਰਲੀਮੈਂਟ ਨਹੀਂ ਹੈ ਪਿਛਲੇ 20 ਸਾਲਾਂ 'ਚ, ਅਗਰ ਕੋਈ ਪਾਰਲੀਮੈਂਟ ਮੈਂਬਰ ਨਹੀਂ ਬਣਿਆ ਤਾਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਨਹੀਂ ਕਰਨੀ। ਇੱਥੇ ਉਹ ਨੈਸ਼ਨਲ ਪਾਰਟੀ ਤਾਂ ਹੈ, ਪਰ ਇੱਥੇ ਉਹਨਾਂ ਦਾ ਮੈਂਬਰ ਪਾਰਲੀਮੈਂਟ ਹਜੇ ਤੱਕ ਨਹੀਂ ਬਣਿਆ। ਪਰ ਦੂਜੇ ਪਾਸੇ ਉਹਨਾਂ ਕੋਲੇ 14 MC ਹੈਗੇ ਨੇ। ਮੈਨੂੰ ਲੱਗਦਾ ਕਿ ਉਹ ਪਾਲਿਸੀ ਦੇ ਵਿੱਚ ਉਸ ਚੀਜ਼ ਨੂੰ ਕੰਸੀਡਰੇਸ਼ਨ 'ਚ ਨਹੀਂ ਲਿਆ ਗਿਆ। ਇੱਕ ਤਾਂ ਉੱਥੇ ਨੁਕਤਾ ਇਹ ਹੈਗਾ, ਉੱਥੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਬਿਲਕੁਲ ਠੀਕ ਹੈ। ਔਰ ਦੂਜੀ ਨਜ਼ਰ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਉਹਨਾਂ ਦੀ ਕੈਪੀਟਲ ਵੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦੀ ਕੈਪੀਟਲ ਵੀ ਚੰਡੀਗੜ੍ਹ ਹੈ। ਤਾਂ ਕੈਪੀਟਲ ਦੇ ਵਿੱਚ ਉਹਨਾਂ ਨੂੰ ਮਤਲਬ ਇੱਕ ਆਫਿਸ ਬਣਾਉਣ ਵਾਸਤੇ ਜਗ੍ਹਾ ਨਾ ਦੇਣਾ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਦੂਸਰੀ ਗੱਲ ਤੁਸੀਂ ਕਹਿ ਰਹੇ ਸੀ ਵੀ ਕੀ ਅਖਤਿਆਰ ਹੋ ਸਕਦਾ? ਦੂਜਾ ਅਖਤਿਆਰ ਤਾਂ ਫਿਰ ਇਹੀ ਹੈ ਕਿ ਬਈ ਅਸੀਂ ਇੱਥੇ ਅੰਦੋਲਨ ਕਰੀਏ। ਉਹਨਾਂ ਨੇ ਜਿਹੜਾ ਗਵਰਨਰ ਸਾਹਿਬ ਨੂੰ ਕਿਹਾ ਹੈ, ਉਹ ਵੀ ਉਸੇ, ਮੈਂ ਜਿਹੜਾ ਕਹਿ ਰਿਹਾ ਸੀ ਪਹਿਲਾਂ ਕਿ ਰਿਲੇਸ਼ਨ ਦਾ ਹੀ ਮਾਮਲਾ ਹੈ। ਅਦਰਵਾਈਜ਼ ਗਵਰਨਰ ਦੇ ਬਜਾਏ ਕਿਸੇ ਹੋਰ ਥਾਂ ਵੀ ਧਰਨਾ ਦਿੱਤਾ ਜਾ ਸਕਦਾ ਸੀ, ਪਰ ਇੱਥੇ ਧਰਨਾ ਸਿੰਬੋਲਿਕ ਤੌਰ ਤੇ ਉਹ ਜ਼ਰੂਰ ਦੇਣਗੇ। ਇਹ ਨਹੀਂ, ਚਾਹੇ ਉਹ ਤੁਹਾਡੀ ਗੱਲ ਠੀਕ ਹੈ ਵੀ ਉਹ ਕਿਸਾਨੀ ਅੰਦੋਲਨ ਵਰਗਾ ਧਰਨਾ ਤਾਂ ਭਾਵੇਂ ਨਾ ਹੋਵੇ, ਕਿਉਂਕਿ ਅੰਦਰ ਤਾਂ ਉਹਨਾਂ ਨੂੰ ਵੜਨ ਨਹੀਂ ਦੇਣਾ ਕੀ ਨਾਮ ਹੈ ਪਾਰਟੀ ਨੇ। ਤਾਂ ਇਸ ਕਰਕੇ ਸੌਰੀ, ਜਿਹੜਾ ਸਟੇਟ ਯੂਟੀ ਪ੍ਰਸ਼ਾਸਨ, ਉਹਨਾਂ ਨੇ ਅੰਦਰ ਤਾਂ ਨਹੀਂ ਆਉਣ ਦੇਣਾ ਗਵਰਨਰ ਸਾਹਿਬ ਦੇ ਤੱਕ। ਤਾਂ ਲੇਕਿਨ ਸਿੰਬੋਲਿਕ ਜਿਹੜਾ ਇੱਕ ਹੁੰਦਾ ਵੀ ਹਾਂ ਅਸੀਂ ਲੜ ਰਹੇ ਹਾਂ, ਸਾਨੂੰ ਨਹੀਂ ਮਿਲਿਆ ਤਾਂ ਅਸੀਂ ਲੜ ਰਹੇ ਹਾਂ, ਉਹ ਜ਼ਰੂਰ ਉਹ ਦੇ ਸਕਦੇ। ਬਣਦਾ ਤਾਂ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਔਰ ਚੰਡੀਗੜ੍ਹ ਦੀ ਜਿਹੜੀ ਕਾਰਪੋਰੇਸ਼ਨ ਹੈ, ਉਹਦੇ ਵੱਲੋਂ ਜਿਹੜੀ ਪੰਜਾਬੀਆਂ ਲਈ ਤੇ ਬਾਕੀ ਸੂਬਿਆਂ ਲਈ ਫੀਸ ਡਬਲ ਕੀਤੀ ਗਈ ਪਾਰਕਿੰਗ ਦੀ, ਉਹਨਾਂ ਮੁੱਦਿਆਂ ਤੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਦੇਣ ਦੇ ਮੁੱਦੇ ਤੇ ਜੇਕਰ ਚਾਹਣ ਤੇ ਆਪਣੇ ਦਮ ਨੂੰ ਪਰਖ ਸਕਦੇ ਨੇ, ਅੱਗੇ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਆਪਣੇ ਵਰਕਰ ਮੋਬਿਲਾਈਜ਼ ਕਰ ਸਕਦੇ ਨੇ। ਔਰ ਇਹ ਵੀ ਦੇਖਣਾ ਹੈ ਕਿ ਤੁਸੀਂ, ਕਿਉਂਕਿ ਹੁਣ ਤੱਕ ਦੇ ਹਵਾ ਦੇ ਰੁੱਖ ਨਾਲ ਹੀ ਆਏ, ਦੂਜਿਆਂ ਦੀ ਰੱਦ ਕੀਤੇ ਜਾਣ ਵਾਲੀ ਪ੍ਰਵਿਰਤੀ ਚੋਂ ਲੋਕਾਂ ਦੇ ਉਹ ਰੱਦ ਕੀਤੇ ਜਾਣ ਤੋਂ ਬਾਅਦ ਆਏ, ਪਰ ਹੁਣ ਤੁਸੀਂ ਆਪਣੀ ਪ੍ਰਵਾਨਗੀ ਲੈਣੀ ਆ ਲੋਕਾਂ ਤੋਂ ਕਿ ਤੁਸੀਂ ਲੜ ਸਕਦੇ ਹੋ। ਤੇ ਕੀ ਤੁਸੀਂ ਮਹੀਨਿਆਂ ਤੱਕ ਇਸ ਮੁੱਦੇ ਤੇ ਜੋਸ਼ ਬਣਾ ਕੇ ਖੜੇ ਹੋ ਸਕਦੇ ਹੋ? ਕੀ ਤੁਸੀਂ ਇਸ ਖਿੱਤੇ ਦੀ ਸਰਦਾਰੀ ਲੈ ਸਕਦੇ ਹੋ, ਲੋਕਾਂ ਦੇ ਸਹੀ ਪ੍ਰਤੀਨਿਧ ਹੋ ਸਕਦੇ ਹੋ? ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਕਿੰਨੇ ਕੁ ਲੋਕਾਂ ਨਾਲ ਇਹ ਮੋਰਚਾ ਕਿੰਨੇ ਲੰਮੇ ਸਮੇਂ ਤੱਕ ਖੜ ਸਕਦੇ ਹੋ। ਵੈਸੇ ਨਾਲੇ ਪਤਾ ਲੱਗ ਜੂ ਕਿ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵੜਨ ਵੀ ਦਿੰਦੇ ਕਿ ਨਹੀਂ। ਤੁਹਾਡੀ ਪੁਲਿਸ ਪਰਲੇ ਬੰਨੇ ਕੌਮੀ ਇਨਸਾਫ ਮੋਰਚੇ ਦੇ ਸਾਹਮਣੇ ਹਿੱਕ ਡਾ ਕੇ ਖੜੀ ਆ, ਤੁਹਾਡੀ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਖੜ ਜਾਂਦੀ ਅੰਬ ਸਾਹਿਬ ਵਾਲੇ ਪਾਸਿਓਂ, ਭਾਵੇਂ ਉਹ ਰਾਜੇਵਾਲ ਆਉਣ ਤੇ ਭਾਵੇਂ ਉਹ ਗਰਾਹਾਂ ਵਾਲੇ ਆਉਣ।
ਸਵਾਲ ਇਸ ਗੱਲ ਦਾ ਕਿ ਜਦੋਂ ਤੁਸੀਂ ਆਓਗੇ ਤੁਹਾਡੇ ਲਈ ਕੌਣ ਖੜੂਗਾ। ਬੇਗਾਨਗੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਆਪਣੇ ਨਾਲ ਵਾਪਰਦੀ ਹੈ, ਔਰ ਇਹ ਚੰਗਾ ਦੇਖਿਆ ਜਾਊਗਾ ਕਿ ਕੀ ਹੁਣ ਤੁਸੀਂ ਇਹਦੇ ਤੇ ਅੱਜ ਕੋਈ ਅਨਾਉਂਸਮੈਂਟ ਕਰਨੇ ਹੋ ਜਾਂ ਇੱਕ ਜਸਟ ਸਟੇਟਮੈਂਟ। ਇੰਜ ਨਾ ਕਰਿਓ ਆਮ ਆਦਮੀ ਪਾਰਟੀ ਵਾਲਿਓ, ਇੰਜ ਨਾ ਕਰਿਓ ਕਿ ਇੱਕ ਦਿਨ ਥੋੜੀਆਂ ਜੀਆਂ ਉਹ ਬਸ਼ਾਰਾਂ ਜੀਆਂ ਖਾ ਕੇ ਪੱਗਾਂ ਪੁੱਗਾਂ ਜੀਆਂ ਲੱਥਿਆ ਤੇ ਕੱਪੜੇ ਗਿੱਲੇ ਜੇ ਦਿਖਾ ਕੇ ਤੇ ਮੁੜ ਜਿਓ। ਲੜਨਾ ਹੈ ਤਾਂ ਲੜਨ ਵਾਂਗ ਆਇਓ, ਦਿਖਾਵੇ ਵਾਂਗ ਨਾ ਆਇਓ। ਮੈਂ ਅੱਗੇ ਚੱਲੂੰਗਾ। ਮੈਂ ਚਾਹੂੰਗਾ ਭਾਸਕਰ ਸਾਹਿਬ, ਇਹ ਜਿਹੜੀ ਖਬਰ ਮੇਰੇ ਸਾਹਮਣੇ ਆ, ਦਰਅਸਲ ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ ਸ਼ੁਰੂ ਦੇ ਵਿੱਚ ਖਬਰ ਆਈ ਸੀ ਤੇ ਮੈਂ ਪਹਿਲੇ ਦਿਨ ਕਿਹਾ ਸੀ ਕਿ ਕੁਝ ਟ੍ਰਾਂਜੈਕਸ਼ਨਸ ਦਾ ਰੌਲਾ ਹੈ ਕਿ ਅਲਾਟਮੈਂਟ ਤੋਂ ਪਹਿਲਾਂ ਟ੍ਰਾਂਜੈਕਸ਼ਨਸ ਹੋ ਗਈਆਂ, ਕਿ ਮਨਪ੍ਰੀਤ ਬਾਦਲ ਲਈ ਕੋਈ ਹੋਰ ਬੰਦਾ ਦਾਵਾ ਕਰ ਰਿਹਾ ਸੀਗਾ, ਕੋਈ ਹੋਰ ਬੰਦਾ ਬੋਲੀ ਲਾ ਰਿਹਾ ਸੀ। ਇਹ ਸਾਰੇ ਸਵਾਲ ਸੀਗੇ। ਪਰ ਹੁਣ ਇੱਕ ਖਬਰ ਚਰਨਜੀਤ ਭੁੱਲਰ ਵੱਲੋਂ ਲਾਈ ਗਈ ਆ ਜਿਹਦੇ ਵਿੱਚੋਂ ਮਨਪ੍ਰੀਤ ਬਾਦਲ ਦੇ ਪੁਰਾਣੇ ਗਨਮੈਨ ਦੀ ਘੇਰਾਬੰਦੀ ਦਾ ਜ਼ਿਕਰ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਕੋਈ ਬੇਨਾਮੀ ਜਾਇਦਾਦ ਆ, ਜੇ ਕਥਿਤ ਤੌਰ ਤੇ ਜੇ ਕੋਈ ਜਾਇਦਾਦ ਹੈ ਤਾਂ ਉਹਨੂੰ ਤਲਾਸ਼ਣ ਦਾ ਕੰਮ ਸ਼ੁਰੂ ਕੀਤਾ ਗਿਆ, ਔਰ ਉਹਨਾਂ ਦੇ ਗਨਮੈਨ ਤੇ ਜੋ ਵੀ ਉਹਨੇ ਬਣਾਇਆ ਜਾਂ ਬਾਕੀ ਚੀਜ਼ਾਂ ਉਹਦੀ ਪੜਤਾਲ ਸ਼ੁਰੂ ਕੀਤੀ ਗਈ ਆ। ਉਹ ਭਾਸਕਰ ਸਾਹਿਬ ਪਲਾਟਾਂ ਦਾ ਜ਼ਿਕਰ ਹੋਇਆ, ਉਹਦੇ ਵਿੱਚ ਉਹ ਕਹਿੰਦੇ ਆ ਕਿ BDA ਨੇ 2018 ਚ ਬਿਨਾਂ ਨਕਸ਼ਾ ਅਪਲੋਡ ਕੀਤੇ 5 ਪਲਾਟਾਂ ਦੀ ਬੋਲੀ ਜਿਹੜੀ ਆ ਉਹਦੇ ਲਈ ਇਸ਼ਤਿਹਾਰ ਦਿੱਤਾ ਸੀ ਤੇ ਬਾਅਦ ਦੇ ਵਿੱਚ 2021 ਦੇ ਵਿੱਚ ਫੇਰ ਦਿੱਤਾ ਗਿਆ। ਇਹ ਸਾਰੇ ਮਾਮਲਿਆਂ ਦੇ ਵਿੱਚ ਤਰੀਕਾਂ ਸਮੇਤ ਦੱਸਿਆ ਗਿਆ ਔਰ ਦੱਸਿਆ ਗਿਆ ਕਿ ਜਦੋਂ ਨਿਲਾਮੀ ਹੋਈ ਆ ਉਹਦੇ ਵਿੱਚ ਇੱਕੋ IP ਐਡਰੈਸ ਤੋਂ ਕਿਹੜੇ ਲੋਕ ਦੇ ਰਹੇ ਸੀ ਬੋਲੀ, ਔਰ ਉਹਨਾਂ ਨੇ ਪਹਿਲੀ ਅਮਾਉਂਟ ਜਮ੍ਹਾਂ ਕਰਾਉਣ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨਾਲ ਇਕਰਾਰਨਾਮਾ ਕਰ ਲਿਆ ਸੀ, ਔਰ ਇਕਰਾਰਨਾਮੇ ਦੇ ਦੌਰਾਨ ਹੀ 1 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਦਾ ਜ਼ਿਕਰ ਹੈ। ਇੱਕ ਵਾਰੀ ਤੱਥ ਦੁਬਾਰਾ ਰੀਫਰੈਸ਼ ਕਰ ਦਿਓ ਲੋਕਾਂ ਨੂੰ, ਵੈਸੇ ਇਸ ਮਾਮਲੇ ਦਾ ਪਤਾ ਹੀ ਅਸੀਂ ਵੀ ਲਿਆ। ਖੁੱਲ ਕੇ ਜ਼ਰਾ 1 ਬਾਈ 1 ਉਹ ਪੜਾਵਾਰ ਦੱਸ ਦਿਓ। ਤੱਥਾਂ ਨੂੰ ਰਿਫਰੈਸ਼ ਕਰਨ ਤੋਂ ਪਹਿਲੇ ਉਸ ਸ਼ਬਦਾਂ ਦੀ ਜੰਗ ਜਿਹੜੀ ਚੱਲੀ ਸੀਗੀ ਉਹਨੂੰ ਵੀ ਆਪਾਂ ਰਿਫਰੈਸ਼ ਕਰ ਲਈਏ ਤੇ ਜ਼ਿਆਦਾ ਠੀਕ ਹੈ। ਮੁੱਖ ਮੰਤਰੀ ਦਾ ਇਹ ਕਹਿਣਾ ਕਿ ਤੁਹਾਡੇ ਬਾਗ ਦੇ ਹਰ ਇੱਕ ਕਿੰਨੂ ਤੋਂ ਮੈਂ ਵਾਕਿਫ ਹੈਗਾ, ਔਰ ਫਿਰ ਮਨਪ੍ਰੀਤ ਬਾਦਲ ਉਹਨਾਂ ਦਾ ਉਹ ਜਵਾਬ, ਮੈਂ ਲਾਸਟ ਟਾਈਮ ਜਵਾਬ ਦੇ ਰਿਹਾ, ਅੱਗੇ ਤੋਂ ਤਾਂ ਮੈਂ ਤੁਹਾਡੀ ਗੱਲਾਂ ਦਾ ਜਵਾਬ ਤੱਕ ਨਹੀਂ ਦੇਣਾ, ਕਾਰਨ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ। ਉਸ ਤੋਂ ਬਾਅਦ ਉਹ ਸ਼ਬਦਾਂ ਦੀ ਜੰਗ ਤੇ ਰੁਕ ਗਈ ਸੀ, ਪਰ ਵਿਜੀਲੈਂਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਲਗਾਤਾਰ ਅੱਗੇ ਵਧ ਰਹੀ ਹੈ। ਤੁਸੀਂ ਕੁਝ ਡੇਟਾ ਦਾ ਜ਼ਿਕਰ ਕੀਤਾ, ਉਹਨਾਂ ਡੇਟਾ ਨੂੰ ਮੈਂ ਹੋਰ ਪੁਖਤਾ ਕਰ ਰਿਹਾ, ਕਿਉਂਕਿ 2018 ਦੇ ਵਿੱਚ 5 ਪਲੋਟਾਂ ਦੀ ਆਕਸ਼ਨ ਯਾਨੀ ਇੱਕ ਨਿਲਾਮੀ ਦਾ ਇੱਕ ਐਡਵਰਟਾਈਜ਼ਮੈਂਟ ਆਈ ਸੀਗੀ। ਉਹਦੇ ਵਿੱਚ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਵੀ ਕੋਈ ਬੋਲੀ ਕਰਤਾ ਅੱਗੇ ਨਹੀਂ ਆਇਆ ਤੇ ਫਿਰ ਇਹ ਬੋਲੀ ਦੁਬਾਰਾ 17 ਸਤੰਬਰ 2021 ਨੂੰ ਦਿੱਤੀ ਜਾਂਦੀ ਹੈ। ਇਹ 10 ਦਿਨ ਵਾਸਤੇ ਬੋਲੀ ਖੁੱਲੀ ਸੀ, 27 ਸਤੰਬਰ ਤੱਕ ਇਹ ਬੋਲੀ ਓਪਨ ਸੀਗੀ। ਲਾਸਟ ਦਿਨ 27 ਸਤੰਬਰ ਨੂੰ 3 ਬਿਡਰ ਆਉਂਦੇ ਨੇ, ਔਰ 3 ਬਿਡਰ ਕੌਣ ਹੁੰਦੇ ਨੇ? ਇੱਕ ਰਾਜੀਵ ਕੁਮਾਰ ਔਰ ਇੱਕ ਵਿਕਾਸ ਕੁਮਾਰ ਤੇ ਤੀਜਾ ਅਮਨਦੀਪ ਇੱਕ ਠੇਕੇ ਦੇ ਵਿੱਚ EMPLOYEE ਹੈ, ਯਾਨੀ ਸ਼ਰਾਬ ਦੇ ਠੇਕੇ ਦੇ ਵਿੱਚ ਕੰਮ ਕਰਨ ਵਾਲਾ ਕਰਿੰਦਾ ਹੈ। ਉਸ ਤੋਂ ਇਲਾਵਾ ਜਿਹੜੇ ਵਿਕਾਸ ਕੁਮਾਰ ਹੈ ਔਰ ਰਾਜੀਵ ਕੁਮਾਰ ਹੈ, ਇਹ ਬੋਲੀ ਦਿੰਦੇ ਨੇ। ਔਰ ਇਹ ਤਿੰਨਾਂ ਬਿਡਰ ਜਿਹੜੀ ਆਕਸ਼ਨ ਹੈਗੀ ਹੈ ਉਹ ਇੱਕੋ ਹੀ IP ਐਡਰੈਸ ਯਾਨੀ ਇੱਕੋ ਕੰਪਿਊਟਰ ਤੇ ਦਿੱਤੀ ਜਾਂਦੀ ਹੈ ਔਰ ਲਾਸਟ ਡੇ ਦਿੱਤੀ ਜਾਂਦੀ ਹੈ। ਬਾਅਦ ਚੋਂ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਨੂੰ ਇਹ 3 ਪਲਾਟਾਂ ਦਾ ਜ਼ਿਕਰ ਕਰ ਰਹੇ ਹਾਂ ਅਸੀਂ, ਇਹ 3 ਪਲਾਟ ਅਲਾਟ ਕਰ ਦਿੱਤੇ ਜਾਂਦੇ ਨੇ, ਔਰ ਉਹਦੀ ਜਿਹੜੀ ਐਡਵਾਂਸ ਰਾਸ਼ੀ ਯਾਨੀ ਜਿਹੜੀ ਤੁਸੀਂ ਇੱਕ ਤਰੀਕੇ ਨਾਲ ਜਦ ਤੁਹਾਡੀ ਬੋਲੀ ਤੁਹਾਡੇ ਫੇਵਰ ਦੇ ਵਿੱਚ ਹੋ ਜਾਂਦੀ ਹੈ ਤੇ ਤੁਹਾਨੂੰ ਜਮ੍ਹਾਂ ਕਰਾਣੀ ਹੁੰਦੀ ਹੈ। ਹਜੇ ਉਹ ਬੋਲੀ ਦੇ ਪੈਸੇ ਜਮ੍ਹਾਂ ਨਹੀਂ ਕਰਾਏ ਸੀ ਤੇ 30 ਸਤੰਬਰ ਨੂੰ ਰਾਜੀਵ ਕੁਮਾਰ, ਵਿਕਾਸ ਕੁਮਾਰ ਆ ਜਿਹੜੇ ਸੇਲ ਦੇ ਐਗਰੀਮੈਂਟ ਸਾਈਨ ਕਰ ਦਿੰਦੇ ਨੇ ਮਨਪ੍ਰੀਤ ਬਾਦਲ ਦੇ ਪੱਖ ਵਿੱਚ, ਯਾਨੀ ਆਪਣਾ ਪਲਾਟ 30 ਸਤੰਬਰ ਨੂੰ ਵੇਚ ਦਿੰਦੇ ਨੇ ਔਰ ਉਹਦੇ ਵਜੋਂ 1 ਕਰੋੜ ਰੁਪਇਆ ਇਹਨਾਂ ਦੇ ਖਾਤਿਆਂ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਦੇ ਖਾਤੇ ਤੋਂ ਟ੍ਰਾਂਸਫਰ ਹੁੰਦਾ ਹੈ। ਔਰ ਉਸ ਤੋਂ ਬਾਅਦ 5 ਅਕਤੂਬਰ ਨੂੰ ਇਹ ਪੈਸੇ ਦਿੰਦੇ ਨੇ ਉਹਨਾਂ ਪਲਾਟਾਂ ਦੇ ਐਡਵਾਂਸ ਮਨੀ ਦੇ ਰੂਪ ਵਿੱਚ, ਜਿਹੜੀ 25% ਦੇਣੀ ਹੁੰਦੀ ਹੈ, ਜਿਹਨੂੰ ਉਹਦੇ ਉਸ ਟਰਮ ਦੇ ਵਿੱਚ ਐਡਵਾਂਸ ਮਨੀ ਵੀ ਕਹਿੰਦੇ ਨੇ ਜਾਂ ਬੋਲੀ ਦੀ ਪੈਸੇ ਦੇਣ ਦੀ ਗੱਲ ਹੈਗੀ ਹੈ। ਔਰ ਉਸ ਤੋਂ ਬਾਅਦ ਇਹ ਪਲਾਟ ਫਿਰ ਮਨਪ੍ਰੀਤ ਬਾਦਲ ਉਹਨਾਂ ਦੇ ਨਾਂ ਹੋ ਜਾਂਦਾ। ਹੁਣ ਸਾਰੀ ਗੱਲਾਂ ਖਾਤਿਆਂ ਦੇ ਰਾਹੀਂ ਹੋ ਰਹੀ ਹੈ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੂਲ ਕਰਕੇ ਉਹਨਾਂ ਨੇ ਬੋਲੀ ਲਾਈ ਸੀ ਔਰ ਬੋਲੀ ਦੇ ਪੈਸੇ ਦੇਣ ਤੋਂ ਪਹਿਲੇ ਹੀ ਮਨਪ੍ਰੀਤ ਬਾਦਲ ਉਹਨਾਂ 1 ਕਰੋੜ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਾ ਦੇਣੇ। ਇਹ ਤੇ ਆਪਣੇ ਆਪ ਵਿੱਚ ਸਬੂਤਾਂ ਦੇ ਤੌਰ ਤੇ ਦੇਖਿਆ ਹੀ ਜਾ ਸਕਦਾ ਹੈ। ਪਰ ਨਾਲ ਦੇ ਨਾਲ ਉਹ ਗਨਮੈਨ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹ ਗਨਮੈਨ ਸਾਬਕਾ ਗਨਮੈਨ ਹੈ। ਹੁਣ ਤੇ ਖੈਰ ਉਹ ਵੀ ਕਿਸੇ ਪੁਲਿਸ ਦੇ ਵਿੱਚ ਹੋ ਸਕਦਾ, ਵੱਡਾ ਅਫਸਰ ਹੋਏ, ਉਹਦੇ ਨਾਂ ਤੇ ਕੋਈ ਬੇਨਾਮੀ ਪ੍ਰਾਪਰਟੀ ਦਾ ਜ਼ਿਕਰ ਅੱਜ ਜਿਹੜੇ ਚਰਨਜੀਤ ਸਿੰਘ ਭੁੱਲਰ ਉਹਨਾਂ ਨੇ ਆਪਣੀ ਖਬਰ ਦੇ ਵਿੱਚ ਕੀਤਾ ਤੇ ਹੈ, ਪਰ ਉਸ ਗਨਮੈਨ ਦਾ ਬਹੁਤਾ ਖੁਲਾਸਾ ਨਹੀਂ ਕਰ ਪਾਏ। ਪਰ ਆਉਣ ਵਾਲੇ ਟਾਈਮ ਵਿੱਚ ਬਹੁਤ ਸਾਰੀ ਗੱਲਾਂ, ਉਹ ਢੋਆ ਢੁਆਈ ਦਾ ਕੇਸ, ਜਿਸ ਢੋਆ ਢੁਆਈ ਦੀ ਕੇਸ ਦੇ ਵਿੱਚ ਕੰਪਲੇਂਟ ਕੀਤੀ ਸੀਗੀ ਸਰੂਪ ਚੰਦ ਸਿੰਗਲਾ ਉਹਨਾਂ ਨੇ, ਕਿ ਵੀ ਉਹਦੇ ਵਿੱਚ ਵੀ ਆਪਣੇ ਗਨਮੈਨ ਦੇ ਨਾਂ ਦੇ ਉੱਤੇ ਕੰਟਰੈਕਟ ਲਿੱਤੇ ਗਏ।
ਜਾਲੀ ਕੰਪਨੀਆਂ ਖੋਲੀ ਗਈ, ਉਹਦੀ ਵੀ ਇਨਵੈਸਟੀਗੇਸ਼ਨ ਸਾਈਡ ਬਾਈ ਸਾਈਡ ਚੱਲ ਰਹੀ ਹੈ। ਬਿਲਕੁਲ, ਉਹ ਇੱਕ ਪੁਰਾਣੀ ਸ਼ਿਕਾਇਤ ਆ, ਉਹਦੇ ਉੱਤੇ ਕੀ ਹੋਇਆ ਅਜੇ ਇਹਦੇ ਬਾਰੇ ਕੋਈ ਵੀ ਚੀਜ਼ਾਂ ਕਲੀਅਰ ਨਹੀਂ। ਪਰ ਖਾਸ ਤੌਰ ਤੇ ਇਹ ਦੋ ਵੱਡੇ ਬੰਦਿਆਂ ਦੇ ਜਿਹੜੇ ਕਦੇ ਇਕੱਠੇ ਰਹੇ, ਇੰਦਰਪ੍ਰੀਤ ਜੀ, ਉਹਨਾਂ ਦੀ ਲੜਾਈ ਇੱਕ ਨਵੇਂ ਦੌਰ 'ਚ ਦਾਖਲ ਹੋ ਗਈ ਆ। ਭਾਵੇਂ ਇਹਦੇ ਵਿੱਚ ਕਿੰਨਾ ਗਲਤ ਹੈ ਕਿੰਨਾ ਨਹੀਂ ਗਲਤ, ਇਹ ਤਾਂ ਕੱਲ ਨੂੰ ਤੱਥ ਤਸਦੀਕ ਕਰਨਗੇ, ਕੋਰਟ ਦੇ ਵਿੱਚ ਹੋਣਗੇ, ਇਹਦੇ 'ਚ ਗਵਾਹ ਆਉਣਗੇ, ਕੀ ਹੋਊਗਾ ਕੀ ਨਹੀਂ ਪਤਾ ਨਹੀਂ। ਮਨਪ੍ਰੀਤ ਬਾਦਲ ਨੇ 1 ਨੰਬਰ ਦੇ ਵਿੱਚ ਪੈਸੇ ਦਿੱਤੇ ਹੋਣਗੇ, ਪਰ ਜਿਹੜੀ ਕਮਰਸ਼ੀਅਲ ਤੋਂ ਰਿਹਾਇਸ਼ੀ 'ਚ ਲਿਆਉਣਾ ਤੇ ਫਿਰ ਕਿਸੇ ਹੋਰ ਨਾਲ ਹੀ ਬੋਲੀ ਦੇ ਵਿੱਚ ਸ਼ਾਮਲ ਹੋਣਾ, ਮੈਨੂੰ ਨਹੀਂ ਸਮਝ ਆਉਂਦੀ ਕਿ ਇੰਨੇ ਸਿਆਣੇ ਬੰਦੇ ਇਸ ਤਰ੍ਹਾਂ ਦੀਆਂ ਗਲਤੀਆਂ ਕਿਵੇਂ ਕਰ ਲੈਂਦੇ ਆ। ਇਹ ਸਿਲੀ ਮਿਸਟੇਕਸ ਹੁੰਦੀਆਂ ਨੇ, ਇਹਨੂੰ ਕਰਨ ਦੀ ਕੀ ਲੋੜ ਆ। ਜਿੱਦਾਂ ਉਹ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜੋ ਰਾਹੀਂ ਕੀਤਾ, ਮੈਨੂੰ ਲੱਗਦਾ ਕਈ ਵਾਰੀ ਚੀਜ਼ਾਂ ਇਹ ਵੀ ਹੁੰਦੀਆਂ ਨੇ, ਬੰਦੇ ਕੁਝ ਹੋਰ ਦੀ ਹੋਰ ਕਹੀ ਜਾਂਦੇ ਨੇ, ਸਾਨੂੰ ਕੀ ਪਤਾ ਇਹ ਜੋ ਵਾਲੀ ਗੱਲ ਕੀ ਹੈ, ਪਰ ਲੋਕ ਤਾਂ ਸਿਆਣੇ ਨੇ। ਇੰਦਰਪ੍ਰੀਤ ਜੀ, ਮਾਮਲਾ ਤੁਹਾਡੀ ਦਿਲਚਸਪੀ ਵਾਲਾ ਹੈ, ਤੁਹਾਡਾ ਰੈਵਨਿਊ ਸਟੇਟ ਦਾ ਕਿੱਥੋਂ ਆ ਰਿਹਾ ਕਿੱਥੋਂ ਜਾ ਰਿਹਾ, ਉਹਦੇ 'ਚ ਕਾਫੀ ਇੰਟਰਸਟ ਰਹਿੰਦਾ, ਅਧਿਕਾਰੀਆਂ ਨਾਲ ਤੁਸੀਂ ਮੱਥਾ ਪੱਚੀ ਕਰਦੇ ਰਹਿੰਦੇ ਹੋ। ਵੈਸੇ ਜਿਹੜੇ ਵੀ ਖਜ਼ਾਨੇ ਵਾਲੇ ਹੁੰਦੇ ਆ, ਮੈਨੂੰ ਸਮਝ ਨਹੀਂ ਆਉਂਦਾ ਉਹਨਾਂ ਨੂੰ ਸਵਾਦ ਕੀ ਆਉਂਦਾ। ਮਨਪ੍ਰੀਤ ਬਾਦਲ ਹੀ ਲੈ ਲਓ, ਹਰ ਵਾਰੀ ਖਜ਼ਾਨੇ ਦਾ ਮਹਿਕਮਾ ਲੈ ਕੇ ਬਹਿ ਜਾਂਦੇ, ਰੋਜ਼ ਉਹੀ ਸਿਰ ਫੜ ਕੇ ਬੈਠੇ ਰਹੋ, ਇਹ ਕਿੱਧਰੋਂ ਆ ਗਿਆ, ਇਹਨੂੰ ਦੇਣੇ ਆ ਇਹਨੂੰ ਨਹੀਂ ਦੇਣੇ, ਵੀ ਤੁਸੀਂ ਚੁੱਪ ਕਰਕੇ ਕੋਈ ਸਰਦਾਰੀ ਵਾਲਾ ਮਹਿਕਮਾ ਲਓ। ਜਿਹੜੇ ਅਫਸਰ ਖਜ਼ਾਨੇ 'ਚ ਲੱਗਣ ਲਈ ਬੜੇ ਕਾਹਲੇ ਹੁੰਦੇ ਆ ਟੈਕਸਾਂ ਟੁਕਸਾਂ 'ਚ, ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਦੇ ਇੰਟਰਸਟ ਕੀ ਹੁੰਦੇ ਆ। ਖੈਰ ਮੈਂ ਨਹੀਂ ਕਹਿੰਦਾ ਵੀ ਕਿਤੇ ਲੀਕੇਜ ਹੋ ਜਾਂਦੀ 19-21 ਹੁੰਦੀ, ਮੈਂ ਨਹੀਂ ਕਹਿੰਦਾ, ਪਰ ਮੈਨੂੰ ਇਹ ਦੱਸੋ ਕਿ ਬਿੱਲ ਦਿਖਾਓ, ਇਨਾਮ ਪਾਓ, ਤੇ ਨਾਲ ਚੀਮਾ ਸਾਹਿਬ ਦੀ ਫੋਟੋ ਲੱਗੀ ਹੁੰਦੀ, ਹਰਪਾਲ ਸਿੰਘ ਚੀਮਾ, ਵੁੱਡ ਬੀ ਡਿਪਟੀ CM, ਮਤਲਬ ਅਜੇ ਤਾਂ ਰੌਲੇ ਹੀ ਨੇ। ਸ਼ੁਕਰ ਹੈ ਉਹਨਾਂ ਦੀ ਪੋਸਟ, ਆਪਾਂ ਨਹੀਂ ਕਹਿੰਦੇ ਯਾਰ ਕਿਸੇ ਦਾ ਨੁਕਸਾਨ ਹੋਊਗਾ। ਖੈਰ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਬਿੱਲ ਲਿਆਓ ਤੇ ਇਨਾਮ ਪਾਓ, ਇਹਦੇ ਨਾਲ ਖਜ਼ਾਨੇ ਦੇ ਵਿੱਚ ਕਿੱਧਰੋਂ ਪੈਸੇ ਆ ਜਾਣਗੇ। ਤੇ ਦੂਜਾ ਆਈਲੈਟਸ ਵਾਲੇ ਬੜੇ ਟੰਗੇ ਪਏ ਆ, ਕਹਿੰਦੇ ਜੀ ਇਹ ਤਾਂ ਕਰੋੜਾਂ ਰੁਪਏ ਸਰਕਾਰ ਦੇ ਟੈਕਸ 'ਚ ਚੂਨਾ ਲੱਗਿਆ। ਇਹ ਦੋਵੇਂ ਗੱਲਾਂ ਇਕੱਠੀਆਂ ਕਲੱਬ ਕਰੋ ਜੀ। ਰੰਧਾਵਾ ਤਾਂ ਪਹਿਲਾਂ ਆਈਲੈਟਸ ਵਾਲੀ ਗੱਲ ਕਰ ਲੈਂਦੇ ਆ। ਆਈਲੈਟਸ ਦੇ ਵਿੱਚ ਪਹਿਲਾਂ ਪਿਛਲੇ ਮੇਰੇ ਖਿਆਲ 2 ਮਹੀਨੇ ਪਹਿਲਾਂ ਇਹ ਚੀਜ਼ ਜਦ ਹੀ ਇਹਨਾਂ ਨੇ ਇੱਕ ਟੈਕਸ ਇੰਟੈਲੀਜੈਂਸ ਯੂਨਿਟ ਬਣਾਈ ਹੈ, ਉੱਥੋਂ ਉਹ ਸਾਰੇ ਜਿਹੜੇ ਡਾਟਾ ਕੰਪਾਈਲ ਹੋ ਰਹੇ ਨੇ, ਉੱਥੋਂ ਪਤਾ ਚੱਲ ਰਿਹਾ ਹੈ ਵੀ ਕਿੱਥੇ ਕਿੱਥੇ ਲੋਕ ਜਾ ਤਾਂ ਰਹੇ ਨੇ, ਖਰੀਦਦਾਰੀ ਵੀ ਕਰ ਰਹੇ ਆ, ਸਰਵਿਸ ਵੀ ਲੈ ਰਹੇ ਆ, ਦੇ ਵੀ ਰਹੇ ਆ, ਸਭ ਕੁਝ ਕਰ ਤਾਂ ਰਹੇ ਨੇ, ਪਰ ਉਹ ਟੈਕਸ ਦੇ ਵਿੱਚ ਕਨਵਰਟ ਨਹੀਂ ਹੋ ਰਹੀ। ਤਾਂ ਉੱਥੇ ਇਹਦਾ ਮਤਲਬ ਲੀਕੇਜ ਹੈਗੀ ਹੈ। ਤਾਂ ਉਹਦੇ 'ਚ ਇੱਕ ਵੱਡੀ ਚੀਜ਼ ਜਿਹੜੀ ਹੈਗੀ ਹੈ, ਉਹ ਆਈਲੈਟ ਸੈਂਟਰ ਵੀ ਆਏ ਸੀਗੇ ਕਿ ਆਈਲੈਟ ਸੈਂਟਰ ਜਿਹੜੇ ਹੈਗੇ ਨੇ ਉਹ ਪ੍ਰੋਪਰ ਫੀਸ ਨਹੀਂ ਦਿਖਾਉਂਦੇ, ਤੇ ਉਹਦੇ ਕਰਕੇ ਜਿਹੜਾ GST ਦੇ ਰੂਪ ਜਿਹੜਾ ਸਾਨੂੰ ਪੈਸਾ ਆਉਣਾ ਹੈ ਉਹ ਸਾਨੂੰ ਨਹੀਂ ਆ ਰਿਹਾ। ਤਾਂ ਉਹ 'ਚ ਚੀਮਾ ਸਾਹਿਬ ਨੇ ਕਿਹਾ ਸੀ ਵੀ ਮੈਂ ਇਹ ਸਾਰੇ ਦਾ ਸਰਵੇ ਕਰਾਂਗੇ ਅਸੀਂ, ਤੇ ਜਿਹੜੇ ਵੀ ਦੋਸ਼ੀ ਪਾਏਗੇ ਫਿਰ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕਰਾਂਗੇ। ਸੋ ਪਹਿਲਾ ਪੜਾਅ ਤਾਂ ਪੂਰਾ ਹੋ ਗਿਆ। ਉਹਦੇ 'ਚ ਉਹਨਾਂ ਨੇ 21 ਜਿਹੜੇ ਇਹ ਜਿਹੇ ਆਈਲੈਟ ਸੈਂਟਰ ਲੱਭੇ ਨੇ ਜਿਨ੍ਹਾਂ ਨੇ 4 ਕਰੋੜ ਰੁਪਇਆ ਜਿਹੜਾ ਹੈਗਾ ਦਾ ਚੂਨਾ ਸਰਕਾਰ ਨੂੰ ਲਗਾਇਆ, ਯਾਨੀ ਟੈਕਸ ਨਹੀਂ ਦਿੱਤਾ ਸਾਨੂੰ। ਇਹ ਇੱਕ ਪਾਰਟ ਹੈ। ਤਾਂ ਸੋ ਉਹ ਸਾਹਮਣੇ ਆ ਗਿਆ। ਹੁਣ ਉਹਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਉਹ ਵੀ ਨਹੀਂ ਹੈ। ਇੱਕ ਬਿਆਨ ਕੁਲਦੀਪ ਧਾਲੀਵਾਲ ਹੋਰਾਂ ਦਾ ਵੀ ਆਇਆ ਹੈ, ਉਹ ਵੀ ਬੜਾ ਇੰਟਰਸਟਿੰਗ ਹੈ ਵੀ ਇੱਕ ਆਈਲੈਟ ਸੈਂਟਰ ਜਿਹੜਾ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਦਿਖਾਉਂਦੇ ਤੇ ਪਰ ਕੰਮ 3-3 4-4 ਜਗ੍ਹਾ ਤੇ ਕਰਦੇ ਰਹਿੰਦੇ। ਯਾਨੀ ਕਿ ਜਿਹੜਾ 2 ਨੰਬਰ ਦਾ ਕੋਈ ਬੰਦਾ ਏਦਾਂ ਹੀ ਮਤਲਬ ਲੰਘਾਣਾ ਹੈ, ਜਿਸ ਤੋਂ ਟੈਕਸ ਦੀ ਚੋਰੀ ਵੀ ਕਰਨੀ ਹੈ, ਉਹ ਕਿਸੇ ਹੋਰ ਸੈਂਟਰ ਚੋਂ ਦਿਖਾ ਦਿਓ, ਜਿਹੜੇ ਬਾਕੀ 1 ਨੰਬਰ ਚੋਂ ਦਿਖਾ ਦਿਓ। ਇਸ ਤਰ੍ਹਾਂ ਦੇ ਵੀ ਉਹ ਕਹਿੰਦੇ ਵੀ ਨਹੀਂ, ਇੱਕ ਬੰਦੇ ਦਾ ਇੱਕ ਸ਼ਹਿਰ 'ਚ ਇੱਕੋ ਹੀ ਸੈਂਟਰ ਹੋਊਗਾ। ਅਗਰ ਉਹਨੇ ਅਗਲਾ ਕਿਤੇ ਸੈਂਟਰ ਖੋਲ੍ਹਾ ਤਾਂ ਉਹ ਨਵਾਂ ਸੈਂਟਰ ਨਵੇਂ ਆਪਣੇ ਉਹਦੇ ਨਾਲ ਰਜਿਸਟ੍ਰੇਸ਼ਨ ਨੰਬਰ ਨਾਲ ਲਾਏ, ਸੋ ਤਾਂ ਕਿ ਸਾਨੂੰ ਪਤਾ ਚੱਲਦਾ ਰਹੇ ਵੀ ਕੌਣ ਕਿੱਥੇ ਕੀ ਕਰ ਰਿਹਾ ਹੈ। ਇਹ ਤਾਂ ਜੀ ਇੰਦਰਪ੍ਰੀਤ ਜੀ, ਇਹਦੇ 'ਚ ਇੱਕ ਚੀਜ਼ ਵਿੱਚ ਐਡ ਕਰਕੇ ਜ਼ਰੂਰ ਅੱਗੇ ਵਧਾਇਓ, ਤੁਹਾਡਾ ਵਾਹ ਪੈਂਦਾ ਹੋਊਗਾ ਥੋੜਾ ਬਹੁਤਾ। ਇਮੀਗ੍ਰੇਸ਼ਨ ਦੇ ਨਾਂ ਥੱਲੇ ਆਈਲੈਟਸ ਦਾ ਕੰਮ ਬਹੁਤ ਹੋ ਰਿਹਾ। ਲਾਇਸੈਂਸ ਤੁਸੀਂ ਇਮੀਗ੍ਰੇਸ਼ਨ ਦਾ ਲੈਂਦੇ ਹੋ, ਔਰ ਉਸ ਤੋਂ ਬਾਅਦ ਆਈਲੈਟਸ ਜਿਹੜੀ ਹੈ ਉਹ ਤੁਸੀਂ ਨਾਲ ਝੁੰਗੇ 'ਚ ਸ਼ੁਰੂ ਕਰ ਲੈਂਦੇ ਹੋ। ਇੱਕ ਬੰਦਾ ਇੱਕ ਜਗ੍ਹਾ ਦਫ਼ਤਰ ਖੋਲਦਾ, ਫਿਰ ਸਾਰੇ ਪੰਜਾਬ ਦੇ ਵਿੱਚ ਉਹ 10 ਦਫ਼ਤਰ ਖੋਲਦਾ, ਜਿਹੜੇ ਰੀਜਨ 'ਚ ਉਹਨਾਂ ਨੂੰ ਪਤਾ ਕਿ ਬੱਚੇ ਬਹੁਤ ਆਉਂਦੇ ਆ। ਫਿਰ ਉਹ TV ਤੇ ਐਡ ਦਿੰਦਾ, ਸੋਸ਼ਲ ਮੀਡੀਆ ਪਲੇਟਫਾਰਮਸ ਤੇ ਐਡ ਦਿੰਦਾ। ਇੰਜ ਹੋ ਰਿਹਾ ਹੁੰਦਾ ਵੀ ਇਹ ਬਹੁਤ ਵੱਡਾ, ਇੱਥੇ ਵੀ ਪਰਸਨੈਲਿਟੀ ਕਲਟ ਬਣੇ ਹੋਏ ਆ, ਬਹੁਤ ਵੱਡੇ ਬੰਦੇ ਹੋ ਗਏ ਆ ਵੀ ਇਹ ਫਲਾਣਾ ਬੰਦਾ ਜੀ, ਉਹਦਾ ਤਾਂ ਸਕਸੈਸ ਰੇਟ ਇੰਨਾ। ਫਿਰ ਅੱਗੇ ਰੌਲਾ ਪੈ ਜਾਂਦਾ ਕਿ ਅਸੀਂ ਪੈਸੇ ਐਡਵਾਂਸ ਨਹੀਂ ਲੈਂਦੇ, ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ। ਕਦੇ ਇਸ ਗੱਲ ਦੀ ਕਿਸੇ ਨੇ ਘੋਖ ਕੀਤੀ ਹੈ ਪੇਰੈਂਟਸ ਨੇ ਕਿ ਵਿਕਸਿਤ ਦੇ ਕਾਲਜ ਸੋ ਕਾਲਡ ਜਿਹੜੇ $2,000 ਤੱਕ
1500 ਤੋਂ ਲੈ ਕੇ $2500 ਤੱਕ ਇੱਕ ਵਿਦਿਆਰਥੀ ਦੇ ਪਿੱਛੇ ਇੱਕ ਇਮੀਗ੍ਰੇਸ਼ਨ ਵਾਲੇ ਨੂੰ ਦੇ ਦਿੰਦੇ ਆ। ਸੋ ਜਿਸ ਬੰਦੇ ਨੂੰ ਪਹਿਲਾਂ ਹੀ ਜਿਸ ਦਿਨ ਤੁਸੀਂ ਕੇਸ ਭੇਜ ਰਹੇ ਹੋ, ਤੁਹਾਨੂੰ ਪਤਾ ਕਿ ਤੁਹਾਡੇ ਲਈ ਤੁਹਾਡੇ ਅਗਲੇ ਕਲਾਇੰਟ ਨੇ, ਕਾਲਜ ਹੈ ਜਾਂ ਕੋਈ ਹੋਰ ਹੈ, ਉਹਨੇ ਤੁਹਾਨੂੰ ਕੁਦਰਤੀ ਤੌਰ ਤੇ ਲੱਖ 1.5 ਲੱਖ ਰੁਪਈਆ ਦੇ ਦੇਣਾ, ਤੇ ਤੁਹਾਨੂੰ ਲੋੜ ਕੀ ਆ ਵੀ ਤੁਸੀਂ ਇੱਥੇ ਪਹਿਲਾਂ ਕਹੋ ਕਿ ਮੇਰੇ ਸਾਹਮਣੇ 50,000 ਰੱਖ ਬਈ, ਜਿੱਥੇ ਪਰਚਾ ਵੀ ਦਰਜ ਹੋਣ ਦੀ ਸੰਭਾਵਨਾ। ਤੁਸੀਂ ਲਿਖਾ ਵੀ ਲੈਂਦੇ ਹੋ ਕਿ ਮੈਂ ਐਡਵਾਂਸ ਕੋਈ ਪੈਸੇ ਨਹੀਂ ਦਿੱਤੇ, ਮੈਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਊਂਗਾ ਜਾਂ ਲਊਂਗਾ, ਤੇ ਮੇਰੇ ਖਿਆਲ ਕੇਸ ਵੀ ਨਹੀਂ ਬਣਦਾ। ਇਸੇ ਕਰਕੇ ਪੰਜਾਬ 'ਚ ਇਮੀਗ੍ਰੇਸ਼ਨ ਦੇ ਨਾਂ ਤੇ ਦੁਕਾਨਾਂ ਵੱਡੀਆਂ ਹੋ ਗਈਆਂ, ਲੇਕਿਨ ਬੇਨਿਯਮੀਆਂ ਇੰਨੀਆਂ ਨੇ ਤੇ ਕੇਸ ਬਹੁਤ ਘੱਟ ਨੇ। ਮੈਂ ਪੁੱਛਣਾ ਚਾਹੂੰਗਾ ਤੁਹਾਡੇ ਤੋਂ। ਰੰਧਾਵਾ ਸਾਹਿਬ, ਇਹ ਤੁਹਾਡੀ ਗੱਲ ਠੀਕ ਹੈ ਵੀ ਇਮੀਗ੍ਰੇਸ਼ਨ ਦਾ ਆਪਾਂ ਲਾਇਸੈਂਸ ਲੈਂਦੇ ਆ ਤੇ ਫਿਰ ਉਹਦੇ ਨਾਲ ਫਿਰ ਜਿਹੜਾ ਇਹ ਹੈਗਾ ਆਈਲੈਟਸ ਸੈਂਟਰ ਜਾਂ ਕੁਝ ਹੋਰ ਇਦਾਂ ਦੀ ਟੂਰਿਸਟ ਵੀਜ਼ਾ ਤੇ ਜਿਹੜੇ ਭੇਜਦੇ ਆ, ਉਹਨਾਂ ਦੇ ਕਾਰੋਬਾਰ ਕਈ ਅਲੱਗ-ਅਲੱਗ ਕਰ ਲੈਂਦੇ ਆ। ਤੇ ਮੈਨੂੰ ਯਾਦ ਹੈ ਤੁਹਾਨੂੰ ਕਿ ਜਦੋਂ ਸਤੀਸ਼ ਚੰਦਰਾ ਹੋਮ ਸੈਕਟਰੀ ਸੀਗੇ ਤਾਂ ਇਹਨਾਂ ਚੀਜ਼ਾਂ ਦੇ ਅਲੱਗ-ਅਲੱਗ ਫੀਸਾਂ ਵੀ ਤੈਅ ਕੀਤੀਆਂ ਸੀਗੀਆਂ ਕਿ ਹਰ ਇੱਕ ਨੂੰ ਇੱਕੋ ਹੀ ਮਿਲੇਗਾ। ਜੇ ਉਹਨੇ 3 ਲੈਣੇ ਤਾਂ 3 ਫੀਸਾਂ ਅਦਾ ਕਰਨੀਆਂ ਪੈਣਗੀਆਂ। ਇਹ ਉਹਨਾਂ ਨੇ ਕੀਤਾ ਸੀ, ਲੇਕਿਨ ਇਹਨਾਂ ਨੇ ਬਹੁਤ ਰੌਲਾ ਪਾਇਆ ਆਈਲੈਟ ਸੈਂਟਰਾਂ ਨੇ। ਫਿਰ ਉਹ ਮੈਨੂੰ ਪਤਾ ਨਹੀਂ, ਉਸ ਤੋਂ ਬਾਅਦ ਮੈਂ ਇਸ ਖਬਰ ਦੇ ਪਿੱਛੇ ਅੱਗੇ ਗਿਆ ਨਹੀਂ ਫਿਰ ਵੀ ਹੋਇਆ ਕਿ ਅਲੱਗ-ਅਲੱਗ ਹੀ ਹੈ ਜਾਂ ਇੱਕੋ ਹੀ ਫੀਸ ਨਾਲੇ ਤਿੰਨੋਂ ਕਰ ਲੈਂਦੇ ਆ। ਸੋ ਇਹ ਵੀ ਦੇਖਦੇ ਆ, ਤੁਸੀਂ ਅੱਜ ਚੰਗਾ ਯਾਦ ਕਰਾਤਿਆ, ਅੱਜ ਇਸ ਤੇ ਕੰਮ ਕਰਦੇ ਆ ਕਿ ਇਹਦਾ ਅੱਗੇ ਹੋਇਆ ਕੀ ਹੈ। ਦੂਜੀ ਗੱਲ ਜਿਹੜੀ ਤੁਸੀਂ ਆਪਾਂ ਕਰ ਸੀ ਬਿੱਲ 2 ਇਨਾਮ ਪਾਓ ਵਾਲੀ, ਰੰਧਾਵਾ ਸਾਹਿਬ ਜਿਹੜਾ ਪੰਜਾਬ ਹੈ ਨਾ ਜੀ, ਜਦੋਂ GST ਲਾਗੂ ਕੀਤਾ ਸੀ 2016 ਦੇ ਵਿੱਚ, ਮੈਨੂੰ ਯਾਦ ਹੈ ਉਦੋਂ ਬਹੁਤ ਸਾਰੀਆਂ ਸਟੇਟਾਂ ਵਿਰੋਧ ਕਰ ਰਹੀਆਂ ਸੀ। 17 ਦੇ ਵਿੱਚ ਆ ਕੇ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਗੱਲ ਦੇ ਉੱਤੇ ਸਟੈਂਡ ਲਿਆ ਕਿ ਨਹੀਂ, GST ਦੇ ਉੱਤੇ ਜਾਵਾਂਗੇ। ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਸੀਗਾ, ਖਾਸ ਤੌਰ ਤੇ ਮਨਪ੍ਰੀਤ ਬਾਦਲ ਨੂੰ ਇਸ ਗੱਲ ਦੇ ਉੱਤੇ ਬੜਾ ਵਿਸ਼ਵਾਸ ਸੀਗਾ ਕਿਉਂਕਿ ਇਹ ਜਿਹੜਾ ਟੈਕਸ ਹੈ ਇਹ ਉੱਥੇ ਉਸ ਸਟੇਟ ਨੂੰ ਜ਼ਿਆਦਾ ਫਾਇਦਾ ਹੋਊਗਾ ਜਿਸ ਸਟੇਟ ਦੀ ਖਪਤ ਬਹੁਤ ਜ਼ਿਆਦਾ ਹੈ। ਪੰਜਾਬੀ ਦੇਖੋ ਖਰਚ ਕਰਨ ਦੇ ਮਾਮਲੇ 'ਚ ਬਹੁਤ ਜ਼ਿਆਦਾ, ਔਰ ਚਾਹੇ ਜਿਵੇਂ ਕਹਿੰਦੇ ਵੀ ਆਮਦਨੀ 98 ਖਰਚਾ ਰੁਪਈਆ ਵਾਲਾ ਵੀ ਕੰਮ ਕਰਦੇ ਆ, ਪਰ ਸਾਡੇ ਕੋਲ ਟੈਕਸ ਦੇ ਰੂਪ 'ਚ ਉਹ ਕਨਵਰਟ ਨਹੀਂ ਹੁੰਦਾ। ਅਸੀਂ ਰੁਪਈਆ ਖਰਚ ਤਾਂ ਕਰਤਾ, ਪਰ ਟੈਕਸ ਰੁਪਈਏ ਦਾ ਦੀ ਬਜਾਏ 25 ਪੈਸੇ ਦਾ ਹੀ ਆ ਰਿਹਾ ਹੈ, ਤਾਂ ਫਿਰ ਉਹ ਪੈਸਾ ਜਾ ਕਿੱਥੇ ਰਿਹਾ? ਇਹਦਾ ਮਤਲਬ ਚੋਰੀਆਂ ਬਹੁਤ ਜ਼ਿਆਦਾ ਨੇ। ਸੋ ਇੱਕ ਤਾਂ ਜਿਵੇਂ ਸਾਡੇ 'ਚ ਹੀ ਹੈ, ਬਿੱਲ ਲੈਣ ਦੀ ਸਾਨੂੰ ਬਿਲਕੁਲ ਕਿਸੇ ਨੂੰ ਵੀ ਆਦਤ ਨਹੀਂ ਹੈ। ਅਸੀਂ ਕਹਿੰਦੇ ਵੀ ਯਾਰ ਇੱਥੇ 2 ਰੁਪਏ ਬਚਦੇ ਆ, ਚੱਲ ਕੋਈ ਗੱਲ ਨਹੀਂ 2 ਰੁਪਏ ਬਚਾਓ, ਬਿੱਲ ਰਹਿਣ ਦੇ, ਇਸ ਨੂੰ ਦੇ ਦਿਓ। ਉਹੀ ਚੋਰੀ ਹੈ। ਯਾਨੀ ਕਿ ਆਮ ਲੋਕ ਵੀ ਉਸ ਚੋਰੀ 'ਚ ਉਨਾ ਹੀ ਪਾਰਟਿਸਿਪੇਟ ਕਰਦੇ ਆ ਜਿੰਨਾ ਦੁਕਾਨਦਾਰ ਪਾਰਟਿਸਿਪੇਟ ਕਰਦਾ। ਸੋ ਇਹਦੇ ਵਿੱਚ ਇੱਕ ਸਰਕਾਰ ਹੁਣ ਇਹ ਲੈ ਕੇ ਆਈ ਹੈ ਵੀ ਜੇ ਤੁਸੀਂ ਬਿੱਲ ਲਓਗੇ ਅਸੀਂ ਤੁਹਾਨੂੰ ਇਨਾਮ ਦੇਵਾਂਗੇ। ਮਤਲਬ ਇਸ ਕਿਸਮ ਦੀ ਇੱਕ ਯੋਜਨਾ ਬਜਟ ਦੇ ਵਿੱਚ, ਜਦੋਂ ਬਜਟ ਪੇਸ਼ ਕੀਤਾ ਸੀ ਹਰਪਾਲ ਚੀਮਾ ਉਹਨਾਂ ਨੇ, ਉਦੋਂ ਇਹ ਪੇਸ਼ ਕੀਤੀ ਸੀ, ਇਹ ਸਕੀਮ ਲਿਆਤੀ ਸੀ। ਉਹਦੇ ਦਾ ਹੁਣ ਉਸ ਤੇ ਕਾਫੀ ਟਾਈਮ ਹੋ ਗਿਆ, ਕੰਮ ਚੱਲਦਾ ਤੇ ਹੁਣ ਉਹ ਕਹਿੰਦੇ ਪੋਰਟਲ ਵਗੈਰਾ ਤਿਆਰ ਹੋ ਗਿਆ। ਹੁਣ ਜਦੋਂ ਵੀ ਤੁਸੀਂ ਬਿੱਲ ਲਓਗੇ ਉਹ ਬਿੱਲ ਦਾ ਨੰਬਰ ਜਿਹੜਾ ਹੈ ਉਹ ਤੁਹਾਡਾ ਨਾਮ ਤੇ ਬਿੱਲ ਉਹਦੇ 'ਚ ਐਂਟਰ ਹੋ ਜਾਏਗਾ। ਫਿਰ ਹਰ ਮਹੀਨੇ ਇਹ ਜਿਹੜਾ ਹੈ ਇੱਕ ਰੈਂਡਮਲੀ ਮਤਲਬ ਇਨਾਮ ਕੱਢੇ ਜਾਇਆ ਕਰਨਗੇ ਤੇ ਫਿਰ ਜਿਹਦਾ ਇਨਾਮ ਮਿਲਿਆ ਤੇ ਉਹਨੂੰ ਉਹ ਇਨਾਮ ਉਹ ਭੇਜਿਆ ਜਾਏਗਾ। ਇਹ ਸਿਰਫ ਇਸ ਕਰਕੇ ਹੈ ਵੀ ਤੁਸੀਂ ਹਰ ਬੰਦਾ ਬਿੱਲ ਜ਼ਰੂਰ ਲਏ। ਇੱਕ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਪਿਛਲੇ ਮਹੀਨੇ ਜਿਹੜੀ GST ਕਾਉਂਸਲ ਦੀ ਮੀਟਿੰਗ ਹੋਈ ਹੈ ਉਹਦੇ 'ਚ ਇਹ ਵੀ ਕਿਹਾ, ਪੰਜਾਬ ਨੇ ਇਸ਼ੂ ਚੱਕਿਆ ਹੋਇਆ ਹੈ ਕਿ ਸਾਨੂੰ ਸਟੇਟ ਦਾ ਫਾਇਦਾ ਹੀ ਨਹੀਂ ਹੁੰਦਾ, ਸੌਰੀ ਕੈਪੀਟਲ ਦਾ ਫਾਇਦਾ ਹੀ ਨਹੀਂ ਹੁੰਦਾ, ਕਿਉਂਕਿ ਜਿਹੜਾ ਅਸੀਂ ਕੈਪੀਟਲ 'ਚ ਜੋ ਚੀਜ਼ ਖਰੀਦਦੇ ਆ, ਤੁਸੀਂ ਅੰਮ੍ਰਿਤਸਰ ਤੋਂ ਆ ਕੇ, ਭਾਸਕਰ ਸਾਹਿਬ ਜਲੰਧਰ ਤੋਂ ਆ ਕੇ ਇੱਥੇ ਕੋਈ ਵੀ ਚੀਜ਼ ਦੀ ਖਰੀਦਦਾਰੀ ਕਰਦੇ ਆ, ਉਹਦਾ ਪੰਜਾਬ ਨੂੰ ਬਿਲਕੁਲ ਕੋਈ ਫਾਇਦਾ ਨਹੀਂ ਹੁੰਦਾ, ਉਹ ਸੈਂਟਰ ਨੂੰ ਟੈਕਸ ਚਲਾ ਜਾਂਦਾ। ਪਰ ਜੇ ਤੁਸੀਂ ਅੱਜ ਤੋਂ ਬਾਅਦ ਇਹ ਖਰੀਦਦਾਰੀ ਕਰੋਗੇ ਤੇ ਇਹ ਕਹਿ ਦੋ ਕਿ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਅੰਮ੍ਰਿਤਸਰ ਲਿਖਿਆ ਜਾਏ ਉਹਦੇ 'ਚ, ਤਾਂ ਉਹ ਪੈਸਾ ਜਿਹੜਾ ਹੈ IGST ਦੇ ਰੂਪ 'ਚ ਪੰਜਾਬ ਨੂੰ ਵਾਪਸ ਆ ਜਾਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਨੇ। ਬਿੱਲ ਲੋ ਇਨਾਮ ਪਾਓ ਵਾਲੀ ਵੀ ਉਸੇ ਦਿਸ਼ਾ 'ਚ ਕਦਮ ਹੈ। ਮੈਨੂੰ ਲੱਗਦਾ ਕਿ ਅੱਛਾ ਹੈ। 2-250 ਕਰੋੜ ਇਹ ਕਹਿ ਰਿਹਾ ਕਿ ਸਾਨੂੰ ਇਹ ਨਾਲ 2-250 ਕਰੋੜ ਅੱਗੇ ਵਧੂਗਾ। ਸਾਡਾ ਜੋ ਅਨੁਮਾਨ ਹੈ, ਜੇ ਇਹ ਚੱਲ ਗਈ ਸਕੀਮ ਤਾਂ ਸਾਡੇ 2-250 ਕਰੋੜ ਰੁਪਇਆ ਮੁਨਾਫਾ ਸਾਨੂੰ ਹੋਏਗਾ। ਦੇਖੋ ਇਹ ਛੋਟੀਆਂ ਚੀਜ਼ਾਂ ਨੇ। ਸਾਊਥ ਦੇ ਵਿੱਚ ਜਿਹੜਾ ਤੇਲੰਗਾਨਾ ਸਟੇਟ ਹੈ, ਖਾਸ ਤੌਰ ਤੇ ਤੇਲੰਗਾਨਾ ਨੇ, ਉਹਨਾਂ ਨੇ ਇਹ ਬਹੁਤ ਇਸ ਤੇ ਕੰਮ ਕੀਤਾ ਹੈ। ਤੇ ਜੇ ਅੱਜ ਅਸੀਂ ਜਦੋਂ ਰੈਵਨਿਊ ਦਾ ਚਾਰਟ ਦੇਖਦੇ ਹਾਂ ਤਾਂ ਉਹ ਸਟੇਟਾਂ ਨੂੰ ਇਸੇ ਕਰਕੇ ਹੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਉੱਥੇ ਲੋਕ ਬਿੱਲ ਨਹੀਂ ਲੈਣਾ ਭੁੱਲਦੇ। ਕੇਰਲ ਦੇ ਵਿੱਚ ਵੀ ਇਹੀ ਹੈ ਕਿ ਬਿੱਲ ਨਹੀਂ ਛੱਡਦੇ, ਉਹ ਬਾਕੀ ਚੀਜ਼ਾਂ ਕਰਨ ਨਾ ਕਰਨ, ਉਹ ਕਹਿੰਦੇ ਬਿੱਲ ਪਹਿਲਾਂ ਦੋ। ਸੋ ਇਹ ਚੀਜ਼ਾਂ ਜੇ ਅਸੀਂ ਵੀ ਪ੍ਰੋਪਰਲੀ ਲਾਗੂ ਕਰ ਲਈਏ ਤਾਂ ਜਿੰਨੀ ਕੁ ਖਪਤ ਵਾਲਾ ਸਟੇਟ ਪੰਜਾਬ ਹੈਗਾ, ਮੈਨੂੰ ਲੱਗਦਾ ਕਿ ਸਾਡਾ ਜਿਹੜਾ ਰੈਵਨਿਊ ਹੈ ਉਹ ਕਾਫੀ ਅੱਛਾ ਹੋ ਸਕਦਾ। ਇੰਦਰਪ੍ਰੀਤ ਜੀ, 200 ਕਰੋੜ ਤਾਂ ਇਕੱਲੇ ਚੰਡੀਗੜ੍ਹ ਚੋਂ ਆਜੂ। ਜੇਕਰ ਤੁਸੀਂ ਚੰਡੀਗੜ੍ਹ ਨੂੰ ਜਾਂਦੇ, ਹਰ ਰਾਹ ਦੇ ਵਿੱਚ ਚੰਡੀਗੜ੍ਹ 'ਚ ਦਾਖਲ ਹੋਣ ਤੋਂ ਪਹਿਲਾਂ 10 ਕਿਲੋਮੀਟਰ 5 ਕਿਲੋਮੀਟਰ ਦੇ ਦਾਇਰੇ 'ਚ ਸਾਈਨ ਬੋਰਡ ਲਾਉਣੇ ਸ਼ੁਰੂ ਕਰ ਦੋ ਨਾ,
ਕਿ ਵੇਖਿਓ ਚੰਡੀਗੜ੍ਹ ਚੱਲਿਓ ਤਾਂ ਬਿੱਲ ਦੇ ਉੱਤੇ ਆਪਣਾ ਐਡਰੈਸ ਲਿਖਾਇਓ, ਤੇ ਮੇਰਾ ਖਿਆਲ ਆ ਇਹ ਸਭ ਤੋਂ ਅਹਿਮ ਹੋਣ ਵਾਲਾ। ਬਾਕੀ ਜਿਹੜਾ ਤੁਸੀਂ ਹਰ ਥਾਂ ਸਦਾ ਪ੍ਰਕਾਸ਼ ਸਿੰਘ ਮਰਹੂਮ ਬਾਦਲ ਵਾਂਗ ਲਿਖ ਦਿੰਦੇ ਹੋ ਕਿ ਰਾਜਨੀ ਸੇਵਾ, ਮਤਲਬ ਤੁਸੀਂ ਕਹਿੰਦੇ ਹੋ ਜੋ ਕਿਹਾ ਕਰਾਂਗੇ, ਜੋ ਕਿਹਾ ਕੀਤਾ, ਇਹਦਾ ਕੀ ਤੁਕ ਬਣਦੀ? ਭਗਵੰਤ ਮਾਨ ਦੀ ਫੋਟੋ ਲਾ ਕੇ ਲਿਖੀ ਜਾਂਦੇ ਹੋ। ਭਗਵੰਤ ਮਾਨ ਦੀ ਲਾਓ ਫੋਟੋ ਤੇ ਨਾਲ ਲਾਓ ਕੀ ਤੁਸੀਂ ਬਿੱਲ ਲੈ ਲਿਆ ਹੈ, ਸ਼ਾਪਿੰਗ ਲਈ ਚੱਲਿਓ, ਬਿੱਲ ਲੈ ਲਿਆ, ਨਾਲ ਕੋ ਜਿਹੜੀ ਸੜਕ ਤੇ ਤੁਸੀਂ ਜਾ ਰਹੇ ਜੇ ਇਹਦੇ ਚ ਕੋਈ ਟੋਆ ਹੈ ਤਾਂ ਟੋਆ ਭਰਿਆ ਜਾਊਗਾ, ਬਿੱਲ ਲੈ ਲਿਓ। ਠੀਕ ਹੈ ਨਾ ਜੀ? ਤੁਸੀਂ ਲੋਕਾਂ ਨੂੰ ਯਾਦ ਕਰਾਓ ਕਿ ਤੁਸੀਂ ਹੀ ਸਾਡੀ ਪੁਲਿਸ ਹੋ, ਤੁਸੀਂ ਸਾਡੀ ਟੈਕਸ ਪੁਲਿਸ ਹੋ, ਤੁਸੀਂ ਬਿਲਕੁਲ ਪੈਸੇ ਦੇ ਰਹੇ ਹੋ ਤੇ ਤੁਹਾਡੇ ਪੈਸੇ ਸਰਕਾਰ ਨੂੰ ਨਹੀਂ ਆ ਰਹੇ ਤੇ ਇਹ ਤੁਹਾਡੇ ਨਾਲ ਠੱਗੀ ਹੋ ਰਹੀ ਆ। ਤੁਸੀਂ ਹਰੇਕ ਬੰਦੇ ਦੇ ਬ੍ਰੇਨ ਚ ਪਾ ਦਿਓ। ਮੇਰਾ ਖਿਆਲ ਇਹ ਕੰਪੇਨ ਚਲਾਉਣ ਵਾਲੀ ਹੈ, ਬਜਾਏ ਇਹਦੇ ਤੇ ਪ੍ਰਚਾਰ ਤੇ ਫਿਰ ਵੀ ਤੁਹਾਡੀ ਫੋਟੋ ਦਾ ਹੀ ਹੋਣਾ। ਇਹ ਅਧਿਕਾਰੀ ਜਿਹੜੇ ਹੁਣ ਬਹੁਤੇ ਸਾਡੀ ਸਟੇਟ ਦੇ ਨਹੀਂ ਰਹੇ, ਉਹਨਾਂ ਨੂੰ ਕਾਹਦੇ ਫਿਕਰ? ਮੈਂ ਕੀ ਕਰਾਂ ਹੁਣ ਇਹਦੇ ਵਿੱਚ? ਚੰਨੀ ਸਾਹਿਬ ਤੇ ਉਹਨੇ ਭਾਸਕਰ ਸਾਹਿਬ, ਚੰਨੀ ਸਾਹਿਬ ਨੂੰ ਫਿਰ ਫਸਾਉਣ ਨੂੰ ਫਿਰਦੇ, ਗਰੀਬ ਬੰਦਾ ਜਿੱਧਰੋਂ ਮਰਜ਼ੀ ਧੱਕ ਧੁੱਕ ਕੇ ਅੱਗੇ ਲਿਆਈ ਜਾਂਦੇ ਆ। 3 ਮਹੀਨੇ ਮਿਲੇ ਸੀ, ਝੁੰਗੇ 'ਚ ਸਵਾਦ ਵੀ ਨਹੀਂ ਆਇਆ ਹੋਣਾ ਢੰਗ ਨਾਲ, ਤੇ ਹੁਣ ਇੰਨੀ ਕੁ ਜ਼ਿਆਦਾ ਪੰਗੇਬਾਜ਼ੀ ਆ ਕਿ ਮੈਨੂੰ ਨਹੀਂ ਲੱਗਦਾ ਵੀ 5-7 ਗੋਲੀਆਂ ਖਾਧੇ ਬਿਨਾਂ ਉਹਨਾਂ ਨੂੰ ਨੀਂਦ ਆਉਂਦੀ ਹੋਵੇ ਜੇ ਦਾਰੂ ਦੂਰੂ ਨਹੀਂ ਪੀਂਦੇ। ਤਾਂ ਕੀ ਕਹਿੰਦੇ ਹੋ ਜੀ? ਬਿਲਕੁਲ। ਖੈਰ ਪਹਿਲੇ ਗੱਲ ਬਿੱਲਾਂ ਦੀ ਕਰ ਲਈਏ। ਤੁਸੀਂ ਗੱਲ ਕੀਤੀ ਹੈ ਵੀ ਚੰਡੀਗੜ੍ਹ ਜਾਓ ਤੇ ਬਿੱਲ ਜ਼ਰੂਰ ਲੈਣਾ। ਉਹਦੇ ਵਿੱਚ ਸਵਾਏ ਕਾਰ ਦੇ ਰਜਿਸਟ੍ਰੇਸ਼ਨ ਜਾਂ ਕਿਸੇ ਹੋਟਲ ਦੇ ਵਿੱਚ ਤੁਸੀਂ ਚੰਡੀਗੜ੍ਹ ਤੋਂ ਦਾਰੂ ਖਰੀਦੋ, ਉਹਦੇ ਵਿੱਚ ਕਿਸੇ ਵੀ ਜਗ੍ਹਾ ਤੁਹਾਡਾ ਐਡਰੈਸ ਨਹੀਂ ਲਿਖਿਆ ਜਾਂਦਾ। ਤੁਸੀਂ ਬਿੱਲ ਮੰਗ ਵੀ ਲਓ, ਉਹ ਦੇ ਵੀ ਦੇਣ, ਤੇ ਤਾਂ ਵੀ ਘਰ ਦਾ ਐਡਰੈਸ ਨਹੀਂ ਲਿਖਿਆ ਹੁੰਦਾ ਜਿਹਦੇ ਰਾਹੀਂ ਕੋਈ ਪੰਜਾਬ ਨੂੰ ਕੋਈ ਫਾਇਦਾ ਹੋਏ। ਆਂਡੇ ਬ੍ਰੈਡ ਤੋਂ ਲੈ ਕੇ ਜਿਹੜੀ ਮਰਜ਼ੀ ਸ਼ਾਪਿੰਗ ਕਰ ਲਓ, ਕਿਸੇ ਵੀ ਜਗ੍ਹਾ ਕਿਸੇ ਵੀ ਬਿੱਲ ਦੇ ਉੱਤੇ ਘਰ ਦਾ ਐਡਰੈਸ ਨਹੀਂ ਆਉਂਦਾ ਜਿਹਦੇ ਰਾਹੀਂ ਇੰਦਰਪ੍ਰੀਤ ਉਹਨਾਂ ਦੀ ਨਵੀਂ ਸਕੀਮ ਦੇ ਰਾਹੀਂ ਪੰਜਾਬ ਨੂੰ ਕੋਈ ਫਾਇਦਾ ਹੋਏ। ਪੰਜਾਬ ਦੇ ਵਿੱਚ ਤੁਸੀਂ ਠੇਕਿਆਂ ਤੋਂ ਬਿੱਲ ਲੈਣ ਦੀ ਗੱਲ ਕਰੋ, ਉਹ ਤੁਹਾਨੂੰ ਗੱਲ ਪੈਂਦਾ। ਤੁਸੀਂ ਬਿੱਲ 90% ਪੰਜਾਬ ਦੇ ਵਿੱਚ ਕੋਈ ਵੀ ਠੇਕਾ ਬਿੱਲ ਨਹੀਂ ਦਿੰਦਾ, ਔਰ ਬਹੁਤ ਸਾਰੇ ਗੱਲਾਂ ਦੇ ਉੱਤੇ ਤੇ ਆਂਡੇ ਬ੍ਰੈਡ ਤੋਂ ਲੈ ਕੇ ਸ਼ਰਾਬ ਤੱਕ ਕਿਸੇ ਵੀ ਚੀਜ਼ ਦਾ ਬਿੱਲ ਨਹੀਂ ਦਿੰਦਾ। ਪਰ ਚਲੋ ਹੁਣ ਬਿੱਲ ਲਿਆਓ, ਇਨਾਮ ਪਾਓ, ਇਸ ਦੇ ਰਾਹੀਂ ਆਂਡੇ ਬ੍ਰੈਡ ਵਾਲਿਆਂ ਨੂੰ ਵੀ ਲੋਕਾਂ ਲੜਨ ਸ਼ੁਰੂ ਕਰ ਦੇਣਗੇ ਵੀ ਆਂਡੇ ਦਾ ਬਿੱਲ ਦੇ। ਉਹ ਕਹਿੰਦਾ ਮੈਨੂੰ ਅੱਗੋਂ ਬਿੱਲ ਨਹੀਂ ਆਇਆ, ਮੈਂ ਆਂਡੇ ਦਾ ਬਿੱਲ ਕਿੱਦਾਂ ਦੇਵਾਂ? ਚਲੋ ਹੁਣ ਗੱਲ ਚੱਲੀਏ ਚੰਨੀ ਸਾਹਿਬ ਦੀ, ਬੜੀ ਇੰਟਰਸਟਿੰਗ। ਦੇਖੋ ਇੰਦਰਪ੍ਰੀਤ ਜੀ, ਕੱਲ ਨੂੰ ਫਿਰ ਤੁਸੀਂ ਕਹਿਣਾ ਤੇ ਦੋਸਤਾਂ ਮਿੱਤਰਾਂ ਵੀ ਕਹਿਣਾ ਵੀ ਤੁਸੀਂ ਲਿਆ ਕੇ ਤੋੜਾ ਝਾੜ ਦਿੰਦੇ ਹੋ ਭਾਸਕਰ ਸਾਹਿਬ ਤੇ। ਹੁਣ ਆਪਾਂ ਗੱਲ ਕਰ ਰਹੇ ਸੀ ਟੈਕਸ ਦੇਣਾ ਤੇ ਬਿੱਲ ਲੈਣਾ, ਇਹਨਾਂ ਨੇ ਲਿਆ ਕੇ ਠੇਕੇ ਤੇ ਵਾੜਤੀ ਗੱਲ, ਲਿਆ ਕੇ ਵਾੜਤੀ ਸ਼ਰਾਬ ਤੇ, ਲਿਆ ਕੇ ਵਾੜਤੀ ਆਂਡੇ ਤੇ। ਹੁਣ ਸ਼ਰਾਬ, ਆਂਡਾ, ਬ੍ਰੈਡ, ਠੇਕਾ, ਇਹ ਤੋਂ ਅੱਗੇ ਵਧੇ ਕਿਤੇ? ਇਹਨੂੰ ਕਹਿੰਦੇ ਆ, ਦੇਖੋ ਅਸਲ ਦੇ ਵਿੱਚ ਪੈਸ਼ਨ। ਤੁਸੀਂ ਉਹਨਾਂ ਲੋਕਾਂ ਦੀ ਤਰਜਮਾਨੀ ਕਰਦੇ ਹੋ ਸੁੱਤੇ ਸਿੱਧ। ਵੈਸੇ ਭਾਸਕਰ ਸਾਹਿਬ ਬਹੁਤ ਘੱਟ ਸ਼ਰਾਬ ਪੀਂਦੇ, ਮੈਂ ਤੁਹਾਨੂੰ ਇਹ ਦੱਸ ਦਿਆਂ, ਕਿਤੇ ਓਕੇਜਨਲੀ ਦਾਰੂ ਕਿਤੇ 2 ਪੈਗ ਲਾ ਲੈਂਦੇ ਨੇ, ਪਰ ਵੈਸੇ ਇਹਨਾਂ ਨੂੰ ਹਮੇਸ਼ਾ ਮੋਹ ਰਹਿੰਦਾ ਕਿ ਸਭ ਤੋਂ ਵੱਧ ਸਟੇਟ ਨੂੰ ਜਿਹੜਾ ਉਹ ਰੈਵਨਿਊ ਆ ਰਿਹਾ ਵਾ ਉਹ ਦਾਰੂ ਰਾਹੀਂ ਆ ਰਿਹਾ, ਤੇ ਇਸ ਕਰਕੇ ਇਹਨਾਂ ਨੂੰ ਇਹ ਸਟੇਟ ਦਾ ਬਹੁਤਾ ਭਲਾ ਸੋਚਦੇ, ਭਾਵੇਂ ਆਉਂਦੇ ਦਿੱਲੀੋਂ ਨੇ। ਚਲੋ ਹੁਣ ਚੰਨੀ ਸਾਹਿਬ ਤੇ ਚੱਲੋ। ਦੇਖੋ ਜਿੱਥੇ ਤੱਕ ਚੰਨੀ ਸਾਹਿਬ ਦੀ ਗੱਲ ਹੈਗੀ ਹੈ, ਮਜੀਠੀਆ ਸਾਹਿਬ ਦਾ ਚੰਨੀ ਸਾਹਿਬ ਦੇ ਨਾਲ ਰੇੜਕਾ ਹੈਗਾ। ਕਾਰਨ ਭਾਵੇਂ ਉਸ ਵਕਤ ਮਜਬੂਰੀ ਹੋ ਗਈ ਸੀਗੀ ਚੰਨੀ ਸਾਹਿਬ ਦੀ ਕਿ ਮਜੀਠੀਆ ਉਹਨਾਂ ਦੇ ਖਿਲਾਫ ਉਹ FIR ਦਰਜ ਕਰਨਾ। 20 ਦਸੰਬਰ ਨੂੰ ਸਿਧਾਰਥ ਚਟੋਪਾਧਿਆ ਉਹਨਾਂ ਨੇ 2021 20 ਦਸੰਬਰ ਉਸ ਦਿਨ ਉਹ FIR ਮਜੀਠੀਆ ਸਾਹਿਬ ਦੇ ਖਿਲਾਫ ਦਰਜ ਹੋਈ ਸੀ। ਭਾਵੇਂ ਪ੍ਰੈਸ਼ਰ ਸੀਗਾ ਨਵਜੋਤ ਸਿੰਘ ਸਿੱਧੂ ਦਾ, ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਤੇ ਪਿਛਲੇ ਦਿਨਾਂ ਦੇ ਵਿੱਚ ਮਜੀਠੀਆ ਸਾਹਿਬ ਨੇ ਪਾਰੀ ਜੱਫੀ ਤੇ ਉਹਨਾਂ ਦੇ ਨਾਲ ਤੇ ਹੋ ਗਿਆ ਯਾਰਾਨਾ, ਪਰ ਚੰਨੀ ਸਾਹਿਬ ਦੇ ਨਾਲ ਉਹ ਕਿਹੜਤ ਉਹ ਹਜੇ ਤੱਕ ਸੀਗੀ। ਹੁਣ ਉਹ ਕੱਲ ਇਲਜ਼ਾਮਾਂ ਦੇ ਰਾਹੀਂ ਅੱਗੇ ਵਧਦੇ ਨੇ। ਪਹਿਲੇ ਉਹ ਕਈ ਵਾਰ ਕਹਿ ਚੁੱਕੇ ਨੇ ਵੀ ਛੱਲਾ ਨਹੀਂ ਮੁੜਨਾ, ਛੱਲਾ ਨਹੀਂ ਮੁੜਨਾ, ਛੱਲਾ ਮੁੜ ਗਿਆ। ਹੁਣ ਮੁੜਨ ਤੋਂ ਬਾਅਦ ਜਿਹੜੀ ਗੱਲ ਮਜੀਠੀਆ ਸਾਹਿਬ ਨੇ ਕੱਲ ਕੀਤੀ ਹੈ, ਉਹ ਕਹਿੰਦੇ ਨੇ ਵੀ 4-5 ਫੌਜੀ ਸੀਗੇ, ਉਹਨਾਂ ਤੋਂ ASI ਤੇ SI ਬਣਾਉਣ ਵਾਸਤੇ ਇਹਨਾਂ ਨੇ 45 ਲੱਖ ਰੁਪਏ ਦੀ ਠੱਗੀ ਮਾਰੀ। ਉਹ ਠੱਗੀ ਵੀ ਕਿੱਦਾਂ ਮਾਰੀ? ਉਹਨਾਂ ਨੇ ਬਕਾਇਦਾ ਫੌਜੀ ਨਾਲ ਬਿਠਾਏ ਹੋਏ ਸੀ ਜਿਨ੍ਹਾਂ ਨੂੰ ਠੱਗੀ ਵੱਜੀ। ਉਹ ਇਹ ਕਹਿੰਦੇ ਨੇ ਕਿ ਇੱਕ ਤੇ ਬੰਦਾ ਜਿਹੜਾ ਉੱਥੇ ਸੀਗਾ ਉਹਨੇ ਤੇ ਇਹ ਕਿਹਾ ਜੀ ਮੈਂ ਚੰਨੀ ਸਾਹਿਬ ਨੂੰ ਮਿਲਿਆ ਕਿ ਮੈਨੂੰ ਸਬ ਇੰਸਪੈਕਟਰ ਬਣਨਾ, ਤੇ ਮੇਰੇ ਨਾਲ ਸੀਗਾ ਦਲਜੀਤ ਸਿੰਘ ਜਿਹੜਾ ਚੰਨੀ ਉਹਨਾਂ ਦਾ ਬੜਾ ਖਾਸ ਹੈਗਾ, ਤੇ ਚੰਨੀ ਸਾਹਿਬ ਨੂੰ ਪੁੱਛਿਆ ਜਨਾਬ ਕੋਈ ਸੇਵਾ ਪਾਣੀ, ਔਰ ਕਹਿੰਦੇ ਨਹੀਂ ਸੇਵਾ ਪਾਣੀ ਤੁਹਾਨੂੰ ਦਲਜੀਤ ਆਪੂ ਦੱਸ ਦੂਗਾ। ਤੇ ਦਲਜੀਤ ਨੇ ਅੱਗੇ ਮੰਗੇ 17 ਲੱਖ ਰੁਪਏ ਔਰ ਉਹਨਾਂ ਨੇ 17 ਲੱਖ ਰੁਪਏ ਕਥਿਤ ਤੌਰ ਤੇ ਦਿੱਤੇ। ਔਰ ਇਸ ਤਰ੍ਹਾਂ ਦੇ 2-3 ਕੇਸ ਹੋਰ ਅੱਗੇ ਆਏ ਜਿਹਦੇ ਵਿੱਚ ਕੋਈ ਜਗਦੀਸ਼ ਤੇ ਦਰਸ਼ਨ ਤੇ ਧਰਮਿੰਦਰ ਨਾਂ ਦੇ ਵਿਅਕਤੀ ਨੇ ASI ਬਣਨ ਵਾਸਤੇ 5-5 ਲੱਖ 6 ਲੱਖ ਇੱਕ ਨੇ ਉਹ ਵੀ ਪੈਸੇ ਦਿੱਤੇ। ਤੇ ਹੁਣ ਜਦ ਪੰਜਾਬ ਪੁਲਿਸ ਨੂੰ ਇਹ ਕੰਪਲੇਂਟ ਕੀਤੀ ਗਈ, ਮਜੀਠੀਆ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਕਿਹਾ ਵੀ ਨਾ ਅਸੀਂ ਨਹੀਂ ਕਰਦੇ ਚੰਨੀ ਸਾਹਿਬ ਦੇ ਨਾਲ ਕੰਪਲੇਂਟ। ਹੁਣ ਕੀ ਉਹ ਗੱਠਜੋੜ ਜਿਹੜਾ ਇੰਡੀਆ ਵਾਲਾ ਹੈ ਉਹਦਾ ਅਸਰ ਹੈ, ਜਾਂ ਉਸ ਤੋਂ ਪਹਿਲੇ ਦੀ ਗੱਲ ਹੈਗੀ ਹੈ ਜਦ ਗੱਠਜੋੜ ਹੋਣ ਦੀ ਚ ਨਹੀਂ ਆਇਆ ਸੀਗਾ
ਜਾਂ ਫਿਰ ਇਹ ਹੁਣੇ ਦੀ ਗੱਲ ਹੈਗੀ ਹੈ। ਇਹ ਗੱਲ ਨੂੰ ਕਲੈਰੀਫਾਈ ਤੇ ਹਜੇ ਮਜੀਠੀਆ ਸਾਹਿਬ ਨੇ ਨਹੀਂ ਕੀਤਾ, ਪਰ ਚੰਨੀ ਸਾਹਿਬ ਦੇ ਨਾਲ ਹੋਇਆ ਮਾੜਾ। ਉਹ 31 ਤਰੀਕ 2 ਵਜੇ ਕਰ ਦੋ, ਦੱਸ ਦੋ, ਨਹੀਂ ਤੇ ਮੈਂ ਆ ਕਰ ਦੂੰਗਾ, ਉਹਦੇ ਉੱਤੇ ਤੇ ਕੇਸ ਹੋਇਆ ਨਹੀਂ। ਹੁਣ ਮਜੀਠੀਆ ਉਹਨਾਂ ਸਾਹਿਬ ਦੀ ਇਹ ਜਿਹੜੀ ਕੰਪਲੇਂਟ ਕੀਤੀ ਹੈ ਉਹਦੇ ਉੱਤੇ ਪੰਜਾਬ ਪੁਲਿਸ ਜਾਂ ਮਾਨ ਸਾਹਿਬ ਕਿੰਨਾ ਕੁ ਅੱਗੇ ਵੱਧਦੇ ਆ, ਇਹ ਦੇਖਣ ਵਾਲੀ ਗੱਲ। ਮਜੀਠੀਆ ਸਾਹਿਬ ਤੇ ਇੰਦਰਪ੍ਰੀਤ ਜੀ ਅੰਦਰ ਉਦੋਂ ਠੰਡੀ ਹੋਣੀ ਜਿੱਦਣ ਉਸੇ ਹੀ ਸੈੱਲ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਅੰਦਰ ਕਰਾਉਣ 'ਚ ਕਾਮਯਾਬ ਹੋ ਗਏ। ਬੜਾ ਔਖਾ ਹੁੰਦਾ ਨਾ, ਹੋਰ ਤੇ ਕਿਸੇ ਨੇ ਜ਼ਰੂਰਤ ਨਹੀਂ ਸੀ ਕੀਤੀ ਤੇ ਚੰਨੀ ਨੇ ਜ਼ਰੂਰਤ ਕੀਤੀ। ਮੁੱਖ ਮੰਤਰੀ ਤੇ ਉਹੀ ਹੀ ਜ਼ਿੰਮੇਵਾਰੀ ਤੇ ਉਹਨਾਂ ਦੀ ਫਿਕਸ ਹੁੰਦੀ ਵੀ ਮਜੀਠੀਆ ਸਾਹਿਬ ਨੂੰ ਅੰਦਰ ਦਿੱਤਾ। ਹੁਣ ਮੈਂ ਤੁਹਾਡੇ ਤੋਂ ਇਹੀ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਚੰਡੀਗੜ੍ਹ ਦੀ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਨੇ ਇੱਕ ਖਿਡਾਰੀ ਤੋਂ 2 ਕਰੋੜ ਵਾਲਾ ਮਾਮਲਾ ਲਿਆਂਦਾ ਸੀ, ਕੋਈ ਉੱਤੇ FIR ਹੋਈ, ਕੋਈ ਜਾਂਚ ਹੋ ਰਹੀ ਹੈ? ਫਿਰ ਮੁੜ ਕੇ ਜੇ ਮਜੀਠੀਆ ਇਹ ਕਹਿਣ ਵੀ 100 ਕਰੋੜ ਦਾ ਲੈਣ ਦੇਣ ਹੋਇਆ ਤੇ ਇਹ ਫਿਰ ਹਵਾ ਦੇ ਸ਼ਗੂਫੇ ਨੇ। ਮੈਨੂੰ ਨਹੀਂ ਲੱਗਦਾ ਵੀ ਚੰਨੀ ਸਾਹਿਬ 100 ਕਰੋੜ ਕਿਸੇ ਨੂੰ ਦੇ ਸਕਦੇ ਜਾਂ ਮੁੱਖ ਮੰਤਰੀ ਕਿਸੇ ਤੋਂ ਲੈ ਸਕਦੇ ਆ। ਚਲੋ ਇਹ ਤਾਂ ਸਿਆਸੀ ਦੂਸ਼ਣਬਾਜ਼ੀਆਂ ਹੁੰਦੀਆਂ ਨੇ, ਪਰ ਓਵਰਆਲ ਤੁਸੀਂ ਇਹਦਾ ਅਸਰ ਕੀ ਲੈ ਰਹੇ ਹੋ? ਵੈਸੇ ਤਾਂ ਤੁਸੀਂ ਇਹ ਖਬਰ ਹੀ ਨਹੀਂ ਸੀ ਲੈਣਾ ਚਾਹੁੰਦੇ ਵੀ ਛੱਡੋ ਜੀ ਆਪਾਂ ਲੈਣੀ ਨਹੀਂ। ਭਾਸਕਰ ਸਾਹਿਬ ਕਹਿੰਦੇ ਏਦਾਂ ਥੋੜੀ ਜਾਣ ਦੇਣਾ। ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਚਰਚਾ 'ਚ ਨਾ ਰਹਿਣ, ਜਿਹਦੇ ਲਈ ਉਹ ਬਹੁਤ ਐਫਰਟਸ ਕਰਦੇ ਰਹੇ ਮੁੱਖ ਮੰਤਰੀ ਹੁੰਦਿਆਂ, ਤੇ ਇਹ ਮਾੜੀ ਗੱਲ ਹੈ। ਇੰਜ ਲੱਗੂਗਾ ਅਸੀਂ ਪੱਖਪਾਤ ਕਰਦੇ ਹਨ। ਨਹੀਂ, ਮੈਂ ਸਿਰਫ ਇਸ ਕਰਕੇ ਕਹਿ ਰਿਹਾ ਸੀਗਾ ਕਿ ਜਿਹੜੀ ਵਿਕਰਮ ਮਜੀਠੀਆ ਅਗਰ ਕਿਸੇ ਚੀਜ਼ ਉੱਤੇ ਲੈ ਕੇ ਆਉਂਦੇ ਆ, ਮੈਨੂੰ ਲੱਗਦਾ ਕਿ ਉਹ ਤਿਆਰੀ ਤਾਂ ਬਹੁਤ ਕਰਦੇ ਹੁੰਦੇ ਆ। ਹੁਣ ਇਹ ਜਿਹੜੀ ਇਹ ਚੀਜ਼ ਆਈ ਹੈ, ਇਹ ਆਈ ਤਾਂ ਤਿਆਰੀ ਨਾਲ ਹੀ ਹੈ। ਹਾਂ, ਜਿਹੜੇ ਤੁਸੀਂ ਪੋਲੀਟੀਕਲ ਐਲੀਗੇਸ਼ਨਸ ਕਹਿ ਰਹੇ ਹੋ ਕਿ 100 ਕਰੋੜ ਲੈ ਲਿਆ ਜਾਓ ਕਰ ਲਿਆ, ਮੈਂ ਉਹਦੇ ਤੇ ਨਹੀਂ ਜਾ ਰਿਹਾ। ਮੈਂ ਜਸਟ ਆ ਜਿਹੜਾ ਕੱਲ ਉਹਨੇ ਚਿੱਠੀਆਂ ਪੇਸ਼ ਕੀਤੀਆਂ ਨੇ, ਮੈਂ ਤਾਂ ਸਿਰਫ ਉਸ ਦੀ ਗੱਲ ਕਰ ਰਿਹਾ। ਦੂਜੀ ਗੱਲ ਇਹ ਕਿ ਹਾਂ, ਵਿਕਰਮ ਮਜੀਠੀਆ ਕਿਹੜਾ ਤਾਂ ਕੱਢਦੇ ਆ। ਦੇਖੋ, ਇਸ ਗੱਲ ਦੀ ਜਿਹੜੀ ਉਹ ਅੰਦਰ ਗਏ ਆ, ਜਿਹੜਾ ਜੇਲ੍ਹ 'ਚ ਉਹਨਾਂ ਨੂੰ 6-7 ਮਹੀਨੇ ਲਗਾਣੇ ਪਏ ਆ, ਉਹ ਲਗਾਣੇ ਪਏ ਆ ਚਰਨਜੀਤ ਚੰਨੀ ਕਰਕੇ, ਕਿਉਂਕਿ ਮੁੱਖ ਮੰਤਰੀ ਉਹ ਸੀ। ਹਾਲਾਂਕਿ ਉਹਦੇ ਪਿੱਛੇ ਸੁਖਜਿੰਦਰ ਰੰਧਾਵਾ ਹੋਣੀ ਸੀ ਜ਼ਿਆਦਾ, ਪਰ ਇਹ ਵੀ ਕਿਉਂਕਿ ਅਪਰੂਵਲ ਤਾਂ CM ਦੀ ਹੁੰਦੀ ਹੈ। ਸੋ ਇਹ ਜਿਹੜੀ ਚੀਜ਼ਾਂ ਨੇ ਇਹ ਉਹਨਾਂ ਨੇ ਰੱਖੀ ਤਾਂ ਹੋਈ ਹੈ, ਉਹ ਕੱਢਣਗੇ ਤਾਂ ਜ਼ਰੂਰ। ਪਹਿਲਾ ਨੰਬਰ ਚੰਨੀ ਦਾ, ਅੱਗੇ ਹੁਣ ਸੁੱਖੀ ਰੰਧਾਵੇ ਦੇ ਖਿਲਾਫ ਕੀ ਲੈ ਕੇ ਆਉਂਦੇ ਨੇ ਉਹ ਬਾਅਦ ਵਾਲੀ ਗੱਲ ਹੈ। ਪਰ ਹਜੇ ਪਹਿਲਾ ਜਿਹੜਾ ਚੰਨੀ ਦਾ ਮਾਮਲਾ ਆ ਗਿਆ, ਉਹਦੇ ਚ ਉਹਨਾਂ ਨੇ ਕੱਲ ਆਪਣੀ ਪਹਿਲੀ ਕਿਸ਼ਤ ਜਾਰੀ ਕਰਤੀ ਹੈ। ਹੁਣ ਜਦੋਂ ਦੇਖਦੇ ਆ ਵੀ ਉਹ ਕਦੋਂ ਤੱਕ ਉਹੀ ਸੈੱਲ ਦੇ ਵਿੱਚ ਜਾਂਦੇ ਆ, ਇਹ ਖੁਆਇਸ਼ ਜ਼ਰੂਰ ਹੋਊਗੀ ਉਹਨਾਂ ਦੀ ਕਿ ਉਸੇ ਸੈੱਲ ਦੇ ਵਿੱਚ ਇਹਨਾਂ ਵੀ ਜਾਣ। ਬਿਲਕੁਲ ਠੀਕ ਹੈ। ਪਰ ਵੈਸੇ ਇੱਕ ਆਖਰੀ ਲਾਈਨ ਮੈਂ ਕਹਿਣਾ ਚਾਹੂੰਗਾ ਕਿ ਇਸ ਗੱਲ ਨੂੰ ਕੋਈ ਕਿੱਦਾਂ ਤਸਦੀਕ ਕਰੂ ਕਿ ਕੋਈ ਵਿਅਕਤੀ ਅਹਿਮ ਆ ਤੇ ਉਹਦੇ ਨਾਂ ਤੇ ਕੋਈ ਠੱਗੀ ਮਾਰੇ, ਉਹਦਾ ਕੋਈ ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਉਹਦੇ ਨਾਲ ਉਹਦਾ ਸੰਬੰਧ ਹੋਵੇ ਹੀ, ਔਰ ਚੰਨੀ ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ 'ਚ ਮੁੱਖ ਮੰਤਰੀ ਸੀ। ਜੇ ਮੈਂ ਗਲਤ ਨਹੀਂ, ਅਫਸਰ ਇਸ ਗੱਲ ਦੀ ਸ਼ਾਦੀ ਭਰ ਸਕਦੇ ਆ ਕਿ ਇੱਕ ਮੁੱਖ ਮੰਤਰੀ ਕੋਲ ਤੇ ਇੱਕ ਗੁਪਤ ਫੰਡ ਹੀ ਹੁੰਦਾ, ਜਿਹੜਾ ਅੱਜ ਕੱਲ ਕਾਫੀ ਜ਼ਿਆਦਾ ਹੋਇਆ, ਕਦੇ ਬਹੁਤ ਥੋੜਾ ਹੁੰਦਾ ਸੀ। ਅੱਜ ਕੱਲ ਤਾਂ ਉਹ ਕਰੋੜਾਂ ਦੇ ਵਿੱਚ, ਕਈ ਕਰੋੜ ਤੱਕ ਹੈ, ਜਿਹਦੇ ਵਿੱਚ ਕੁਛ ਨਹੀਂ ਕਰਨਾ। ਸਿਰਫ ਮੁੱਖ ਮੰਤਰੀ ਨੇ ਆਪਣੇ ਸਕੱਤਰ ਨੂੰ ਕਹਿਣਾ ਹੁੰਦਾ ਵੀ 5 ਲੱਖ ਲੈ ਆਓ, 50 ਲੱਖ ਲੈ ਆਓ ਜਾਂ ਕਰੋੜ ਲੈ ਆਓ, ਤੇ ਲਿਖਣਾ ਵੀ ਉਹਦੇ ਵਿੱਚ ਆਡਿਟ ਦੇ ਨਾਂ ਤੇ ਇਹੀ ਹੁੰਦਾ ਕਿ ਜਿਸ ਕੰਮ ਲਈ ਰੱਖਿਆ ਉਸੇ ਲਈ ਵਰਤਿਆ। ਕੋਈ ਪੁੱਛ ਕੇ ਤੇ ਨਹੀਂ ਨਾ ਇੰਦਰਪ੍ਰੀਤ ਜੀ ਉੱਚ ਹੁੰਦੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਕਿਸੇ ਮੁੱਖ ਮੰਤਰੀ ਨੇ 10 ਲੱਖ ਜਾਂ 20 ਲੱਖ ਜਾਂ 50 ਲੱਖ ਜਾਂ ਕਰੋੜ ਜਾਂ 2 ਕਰੋੜ ਲੈ ਲਿਆ, ਇਹ ਤਾਂ ਮਹਿਜ਼ ਐਲੀਗੇਸ਼ਨ ਮੰਨੇ ਜਾ ਸਕਦੇ ਆ। ਦਰਅਸਲ ਜਿਹੜੀ ਕਰਪਸ਼ਨ ਹੈ, ਕਰਪਸ਼ਨ ਮੁੱਖ ਮੰਤਰੀ ਦੇ ਪੱਧਰ ਤੇ 100 ਕਰੋੜ ਤੋਂ ਸ਼ੁਰੂ ਹੋਣੀ ਬਣਦੀ ਆ, ਕਿਉਂਕਿ ਫਿਰ ਤਾਂ ਬਿਜਲੀ ਕੰਪਨੀਆਂ ਇੱਥੇ ਬੈਠੀਆਂ, ਰੀਅਲ ਅਸਟੇਟ ਦੇ ਕਾਰੋਬਾਰੀ ਬੈਠੇ ਜਿਨ੍ਹਾਂ ਦੇ 2-2 4-4 ਹਜ਼ਾਰ ਤੇ ਕਰੋੜ ਦੇ ਕੰਮ ਆ, ਫਿਰ ਉਹਨਾਂ ਨੂੰ ਮੇਰੇ ਖਿਆਲ 20 ਲੱਖ 45 ਲੱਖ ਨਾਲ ਜੋੜ ਕੇ ਤੇ ਬੇਇੱਜ਼ਤ ਕਰਨ ਵਾਲੀ ਗੱਲ ਆ। ਇਹ ਤੁਸੀਂ ਕਰਪਸ਼ਨ ਦਾ ਲੈਵਲ ਛੋਟਾ ਹੁੰਦਾ ਦੇਖ ਰਹੇ ਹੋ। ਮੈਨੂੰ ਲੱਗਦਾ ਰੱਬ ਖੈਰ ਹੀ ਕਰੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।